ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਅਰਦਾਸ ਪਾਟ ਕੀਰਤ ਕੀ, ਪੱਖਾ ਬੰਦ ਕਰ ਦਿਓ ਉੱਤੇ ਨਾ। ਗੁਰੂ ਰਾਮਦਾਸ ਰਾਖੋ ਸਰਨਾਈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਹਰ ਰੋਜ਼ ਗੁਰੂ ਦਰਬਾਰ ਅੰਦਰ ਪਹੁੰਚ ਕੇ ਗੁਰਮਤਿ ਵਿਚਾਰ ਸਰਵਣ ਕਰਕੇ ਜੀਵਨ ਸਫਲ ਕਰਦੇ ਹੋ। ਜੋ ਵਿਸ਼ਾ ਆਪਾਂ ਕੱਲ੍ਹ ਲਿਆ ਸੀ ਕਿ ਮੁਕਤ ਜੁਗਤ ਭੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਇਹ ਤਿੰਨ ਪਰਿਸਥਿਤੀਆਂ ਗੁਰਬਾਣੀ ਦੇ ਵਿੱਚ ਅੰਕਿਤ ਕੀਤੀਆਂ ਗਈਆਂ ਨੇ। ਮੁਕਤੀ, ਭੁਗਤੀ ਔਰ ਜੁਗਤੀ। ਭੁਗਤੀ ਦਾ ਆਪਾਂ ਅਰਥ ਕੀਤਾ ਪਦਾਰਥ, ਸੰਸਾਰ ਦਾ ਦਿਸਦਾ ਹੋਇਆ ਹਿੱਸਾ। ਫਿਰ ਇਹਦੇ ਵਿੱਚ ਰਹਿਣਾ ਕਿਹੜੇ ਢੰਗ ਨਾਲ ਹੈ, ਉਹ ਜੁਗਤੀ ਹੈ ਗੁਰੂ ਕੋਲ। ਜਿਨ੍ਹਾਂ ਨੇ ਇਸ ਰਹਿੰਦੇ ਹੋਏ ਸੰਸਾਰ ਵਿੱਚ ਰਹਿ ਕੇ ਗੁਰੂ ਦੀ ਦੱਸੀ ਜੁਗਤੀ ਦੀ ਵਰਤੋਂ ਠੀਕ ਨਾ ਕੀਤੀ, ਉਹ ਇਸ ਪਦਾਰਥ ਦੀਆਂ ਰੱਸੀਆਂ ਵਿੱਚ ਫਸ ਗਏ, ਬੱਝ ਗਏ। ਜਿਨ੍ਹਾਂ ਨੇ ਗੁਰੂ ਕੋਲੋਂ ਜੁਗਤ ਸਿੱਖ ਕੇ ਸੰਸਾਰ ਵਿੱਚ ਰਹਿਣ ਦਾ ਤਰੀਕਾ ਅਪਣਾਇਆ, ਉਹ ਇਸ ਸੰਸਾਰ ਦੇ ਪਦਾਰਥਾਂ ਦੀਆਂ ਰੱਸੀਆਂ ਵਿੱਚ ਬੱਝੇ ਨਹੀਂ, ਮੁਕਤ ਹੋ ਗਏ। ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਨੂੰ ਮੁਕਤੀ ਮਿਲ ਗਈ। ਇਹ ਤਿੰਨੇ ਚੀਜ਼ਾਂ, ਕਿਉਂਕਿ ਭੁਗਤੀ ਦਾ ਅਰਥ ਹੈ ਪਦਾਰਥ, ਜਿਹੜੀ ਸਾਡੀ ਲੋੜ ਹੈ ਸਰੀਰ ਦੀ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਭੁਗਤੀ ਤੋਂ ਬਿਨਾ, ਪਦਾਰਥ ਤੋਂ ਬਿਨਾ ਸਰੀਰ ਨਹੀਂ ਚੱਲਦਾ, ਸੰਸਾਰ ਨਹੀਂ ਚੱਲਦਾ। ਚਾਹੀਦੇ ਨੇ ਪਦਾਰਥ, ਚਾਹੀਦੀ ਹੈ ਮਾਇਆ, ਪਰ ਇਹਦੇ ਵਿੱਚ ਇੱਕ ਖਤਰਾ ਵੀ ਬਹੁਤ ਵੱਡਾ ਹੈ। ਮਾਇਆ ਆ ਗਈ ਤੇ ਗੁਰੂ ਕੋਲੋਂ ਜਾਚ ਨਾ ਸਿੱਖੀ, ਇਹਨੂੰ ਕਿਵੇਂ ਵਰਤਣਾ ਹੈ, ਉਹ ਮਾਇਆ ਜ਼ਹਿਰ ਬਣ ਜਾਏਗੀ, ਉਹ ਮਾਇਆ ਭ੍ਰਿਸ਼ਟ ਕਰ ਦੇਗੀ, ਉਹ ਜੀਵਨ ਨੂੰ ਡੋਬ ਦੇਗੀ। ਤੇ ਸਤਿਗੁਰੂ ਨੇ ਤਾਂ ਹੀ ਬਚਨ ਕੀਤੇ, ਕਹਿੰਦੇ ਜੇ ਪਦਾਰਥ ਮੰਗਣਾ ਤੇ ਫਿਰ ਜੁਗਤ ਵੀ ਮੰਗ। ਪਦਾਰਥ ਨੂੰ ਵਰਤਣਾ ਕਿਵੇਂ ਹੈ? ਜਿਵੇਂ ਕੋਈ ਮਨੁੱਖ ਕਿਸੇ ਥਾਂ ਤੋਂ ਅੱਗ ਮੰਗਣ ਵਾਸਤੇ ਜਾਂਦਾ ਹੈ, ਕਿਸੇ ਦੇ ਘਰ ਵਿੱਚ ਅੱਗ ਹੈ ਤੇ ਉਹਦੇ ਆਪਣੇ ਘਰ ਵਿੱਚ ਅੱਗ ਨਹੀਂ, ਉਹਨੇ ਕਿਹਾ ਮੈਨੂੰ ਅੱਗ ਚਾਹੀਦੀ, ਪਰ ਅੱਗ ਦੀ ਉਹਨੂੰ ਪੂਰੀ ਜਾਣਕਾਰੀ ਨਹੀਂ ਵੀ ਇਹ ਕੰਮ ਕਿਵੇਂ ਇਹਦੇ ਤੋਂ ਲਿਆ ਜਾ ਸਕਦਾ ਹੈ, ਇਹਦੇ ਤੋਂ ਲਾਭ ਕਿਵੇਂ ਲਿਆ ਜਾ ਸਕਦਾ। ਅੱਗ ਖਰੀਦ ਲੈ ਕੇ ਆ ਗਿਆ, ਅੱਗ ਲਿਆ ਕੇ ਉਹਨੂੰ ਨਹੀਂ ਸੀ ਪਤਾ ਵੀ ਅੱਗ ਦਾ ਥਾਂ ਕੇਵਲ ਚੁੱਲ੍ਹ ਹੈ, ਤੇ ਉੱਥੇ ਵੀ ਧਿਆਨ ਨਾਲ ਰੱਖਣੀ ਪੈਂਦੀ, ਨਹੀਂ ਤੇ ਸਾੜ ਕੇ ਸੁਆਹ ਕਰ ਦੇਗੀ। ਉਹਨੂੰ ਨਹੀਂ ਸੀ ਪਤਾ ਅੱਗ ਦੇ ਸੁਭਾਅ ਦਾ, ਤੇ ਨਾ ਜਿੱਥੋਂ ਲੈ ਕੇ ਆਇਆ ਨਾ ਉੱਥੋਂ ਪੁੱਛਿਆ ਵੀ ਇਹਦੀ ਵਰਤੋਂ ਕਿਵੇਂ ਕਰਨੀ। ਲਿਆ ਕੇ ਉਹਨੇ ਘਰ ਵਿੱਚ ਆਪਣੇ ਸਿਰਹਾਣੇ ਰੱਖ ਲਈ, ਉਸ ਅੱਗ ਨੇ ਸਾਰਾ ਘਰ ਸਾੜ ਕੇ ਤਬਾਹ ਕਰ ਦਿੱਤਾ। ਕੁਝ ਇਸੇ ਤਰ੍ਹਾਂ ਦੀ ਵਿਆਖਿਆ ਹੈ ਇਹਨਾਂ ਸ਼ਬਦਾਂ ਦੇ ਅੰਦਰ। ਸਤਿਗੁਰੂ ਕਹਿੰਦੇ ਜੋ ਕੁਝ ਤੂੰ ਮੰਗਣਾ ਹੈ ਨਾ ਸੰਸਾਰ ਵਾਸਤੇ, ਇਹ ਦਿਸਦਾ ਤਾਂ ਨਹੀਂ ਵੀ ਅੱਗ ਹੈ, ਪਰ ਹੈ ਅੱਗ ਵਰਗਾ, ਅਗਨੀ ਵਰਗਾ। ਗੁਰੂ ਸਾਹਿਬ ਨੇ ਬਾਣੀ ਵਿੱਚ ਮਾਇਆ ਨੂੰ ਕਈ ਥਾਂ ਤੇ ਅੱਗ ਤਾਂ ਹੀ ਕਿਹਾ, ਵੈਸੇ ਮਾਇਆ ਅੱਗ ਵਰਗੀ ਤਾਂ ਹੈ ਨਹੀਂ। ਦੇਖੋ ਮਾਇਆ ਕਈ ਪ੍ਰਕਾਰ ਦੀ ਹੈ, ਕਰੰਸੀ ਦੇ ਰੂਪ ਵਿੱਚ ਹੈ, ਮਕਾਨ ਦੇ ਰੂਪ ਵਿੱਚ ਹੈ, ਕੱਪੜੇ ਦੇ ਰੂਪ ਵਿੱਚ ਹੈ, ਸੁੰਦਰਤਾ ਦੇ ਰੂਪ ਵਿੱਚ ਹੈ, ਸਵਾਰੀਆਂ ਦੇ ਰੂਪ ਵਿੱਚ ਹੈ, ਅਹੁਦੇ ਹਨ, ਕਿੰਨੀ ਤਰ੍ਹਾਂ ਦੀ ਮਾਇਆ ਹੈ। ਤੇ ਜੇ ਇਹਨੂੰ ਤੁਸੀਂ ਬਾਹਰੋਂ ਵੇਖੋ ਅੱਗ ਤੇ ਕੋਈ ਨਹੀਂ ਇਹਦੇ ਵਿੱਚ ਦਿਸਦੀ, ਪਰ ਕਿਆ ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਅੱਗ ਕਿਉਂ ਕਿਹਾ ਇਸ ਨੂੰ? ਅੱਗ ਸਿਰਫ ਤਸ਼ਬੀਹ ਦਿੱਤੀ ਕਿ ਮਾਇਆ ਦਾ ਸੁਭਾਵ ਜਿਹੜਾ ਨਾ ਅੱਗ ਵਰਗਾ ਹੈ, ਵੈਸੇ ਬਲਦੀ ਨਹੀਂ ਹੈ, ਬਲਦੀ ਨਹੀਂ, ਸੁਭਾਅ ਅੱਗ ਵਰਗਾ ਇਹਦਾ। ਜਿੱਥੇ ਜਾਏਗੀ ਜੇ ਠੀਕ ਥਾਂ ਤੇ ਨਾ ਰੱਖੀ, ਅੱਗ ਲਾ ਦੇਗੀ, ਸਾੜ ਕੇ ਸੁਆਹ ਕਰ ਦੇਗੀ। ਸਾਰੇ ਪਦਾਰਥ ਜਿੰਨੇ ਦਿਸਦੇ ਨੇ ਸਾਨੂੰ, ਸਾਰੇ ਅੱਗ ਵਰਗੇ ਬਲਦੇ ਨਹੀਂ ਦਿਸਦੇ, ਪਰ ਅੱਗ ਵਾਲਾ ਸੁਭਾਅ ਹੈ ਉਹਨਾਂ ਦਾ। ਜੇ ਉਹਨਾਂ ਨੂੰ ਠੀਕ ਥਾਂ ਤੇ ਨਾ ਰੱਖਿਆ ਤੇ ਜਿੱਥੇ ਉਹਨਾਂ ਨੇ ਸੁੱਖ ਦੇਣਾ ਉਹ ਦੁੱਖ ਦਾ ਰੂਪ ਧਾਰਨ ਕਰ ਜਾਣਗੇ। ਤਾਂ ਹੀ ਬਾਬਾ ਫਰੀਦ ਜੀ ਨੇ ਇੱਕ ਬਚਨ ਕੀਤਾ ਹੈ, ਉਹ ਕਹਿੰਦੇ ਨੇ ਪਿਆਰਿਆ ਵੇਖ, ਪਦਾਰਥ ਜਿਹੜੇ ਨੇ, ਮਾਇਆ ਜਿਹੜੀ ਹੈ, ਸੰਸਾਰ ਜੋ ਹੈ, ਕਸੁੰਬੇ ਦੇ ਫੁੱਲ ਵਰਗਾ ਹੈ। ਇੱਕ ਫੁੱਲ ਹੁੰਦਾ ਮਜੀਠ ਦਾ, ਇੱਕ ਫੁੱਲ ਹੁੰਦਾ ਕਸੁੰਬੇ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਦੋਵਾਂ ਦਾ ਨਾਮ ਆਇਆ ਹੈ। ਮਜੀਠ ਦਾ ਰੰਗ ਇੰਨਾ ਲੁਭਾਏਮਾਨ ਨਹੀਂ, ਪਰ ਉਹ ਪੱਕਾ ਬੜਾ ਹੈ, ਲਹਿੰਦਾ ਨਹੀਂ। ਜਿਹੜੇ ਕੱਪੜੇ ਨੂੰ ਮਜੀਠ ਦਾ ਰੰਗ ਚੜ੍ਹ ਜਾਏ, ਨਾ ਉਹਨੂੰ ਧੁੱਪ ਉਡਾ ਸਕਦੀ ਹੈ, ਨਾ ਉਹਨੂੰ ਪਾਣੀ ਲਾ ਸਕਦਾ ਹੈ। ਪਰ ਕਸੁੰਬੇ ਦਾ ਵੀ ਇੱਕ ਰੰਗ ਹੁੰਦਾ ਹੈ, ਜਿਹੜਾ ਰੰਗ ਦਿਸਣ ਵਿੱਚ ਬਹੁਤ ਲਾਲ ਸੂਹਾ, ਰੰਗ ਬੜਾ ਸੋਹਣਾ ਹੈ, ਖਿੜਿਆ ਹੋਇਆ ਹੈ, ਬੜਾ ਸੁੰਦਰ ਹੈ। ਪਰ ਗੁਰੂ ਕੇ ਸਵਾਰੇ ਉਹ ਜਦੋਂ ਚੜ੍ਹਦਾ ਉਦੋਂ ਵੀ ਬੜਾ ਸੋਹਣਾ ਲੱਗਦਾ ਹੈ, ਪਰ ਥੋੜ੍ਹੇ ਜਿਹੇ ਸਮੇਂ ਤੋਂ ਬਾਅਦ ਥੋੜ੍ਹੀ ਧੁੱਪ ਲੱਗਣ ਨਾਲੋਂ ਲੈ ਜਾਂਦਾ, ਫਿੱਕਾ ਪੈ ਜਾਂਦਾ ਹੈ। ਬਾਬਾ ਫਰੀਦ ਜੀ ਨੇ ਬਚਨ ਕੀਤੇ, ਕਹਿੰਦੇ ਹੱਥ ਨਾ ਲਾਏ ਕਸੁੰਬੜਾ, ਜਲ ਜਾਸੀ ਢੋਲਾ। ਬਾਣੀ ਵਿੱਚ ਬੜੇ ਭੇਦ ਨੇ। ਹੁਣ ਕਸੁੰਬੇ ਦਾ ਤੇ ਫੁੱਲ ਹੈ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਇਹਨੂੰ ਹੱਥ ਨਾ ਲਾਈ। ਕਿਉਂ? ਕਹਿੰਦੇ ਤੂੰ ਹੱਥ ਲਾਇਆ ਤੇ ਤੇਰਾ ਹੱਥ ਸੜ ਜਾਏਗਾ। ਜਲ ਜਾਸੀ ਢੋਲਾ, ਬੜੇ ਬੜੇ ਭੇਦ ਨੇ ਬਾਣੀ ਵਿੱਚ, ਜਿਹੜੇ ਸਮਝਣੇ ਬੜੇ ਔਖੇ ਨੇ। ਹੁਣ ਫੁੱਲ ਨੂੰ ਹੱਥ ਲਾਇਆ, ਬੰਦੇ ਦਾ ਹੱਥ ਥੋੜ੍ਹੀ ਸੜਦਾ ਹੈ। ਫਿਰ ਕਿਉਂ ਕਿਹਾ? ਪਰ ਕਸੁੰਬੇ ਦੇ ਫੁੱਲ ਦਾ ਜਿਹੜਾ ਰੰਗ ਹੈ ਉਹ ਬਲਦੇ ਹੋਏ ਕੋਲੇ ਵਰਗਾ ਹੁੰਦਾ ਹੈ। ਉਦਾਹਰਨ ਦਿੱਤੀ ਹੈ ਇੱਥੇ। ਕਸੁੰਬੇ ਦੇ ਅਰਥ ਨੇ ਕੋਲਾ। ਜੇ ਤੁਸੀਂ ਇਹਦੇ ਭਾਵ ਅਰਥ ਲਓਗੇ, ਇਹਦੇ ਅਰਥ ਕਸੁੰਬੇ ਦਾ ਫੁੱਲ ਨਹੀਂ।
ਇੱਥੇ ਕਸੁੰਭੇ ਦੇ ਫੁੱਲ ਦੇ ਅਰਥ ਨੇ ਮਾਇਆ ਦਾ ਰੰਗ, ਤੇ ਮਾਇਆ ਦੇ ਰੰਗ ਦਾ ਅਰਥ ਹੈ ਕੋਲੇ ਦਾ ਰੰਗ। ਲਾਲ ਸੋਹਾ, ਬਿਲਕੁਲ ਬੜਾ ਸੋਹਣਾ ਭਖਦਾ ਹੈ। ਬਾਬਾ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕੋਲਾ ਮਾੜਾ ਨਹੀਂ, ਅੱਗ ਤਾਂ ਕੋਈ ਗਲਤ ਨਹੀਂ, ਪਰ ਅੱਗ ਦੀ ਵਰਤੋਂ ਕਰਨੀ ਸਿੱਖ ਲੈ। ਇਹਨੂੰ ਹੱਥ ਨਹੀਂ ਲਾਈਦਾ ਹੁੰਦਾ। ਕਦੀ ਕਿਸੇ ਬੰਦੇ ਨੇ ਵੇਖੋ ਅੱਗ ਤੋਂ ਕਿੰਨਾ ਕੰਮ ਲੈਂਦਾ ਮਨੁੱਖ। ਰਸੋਈ ਵਿੱਚ ਹੈ, ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ, 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਜਾ ਸਕਦੇ, ਪਰ ਕਦੀ ਕਿਸੇ ਬੰਦੇ ਨੇ ਆਪਣਾ ਹੱਥ ਨਹੀਂ ਲੱਗਣ ਦਿੱਤਾ ਬਲਦੀ ਹੋਈ ਅੱਗ ਨੂੰ। ਕੰਮ ਸਾਰਾ ਲਿਆ ਉਹਦੇ ਕੋਲੋਂ, ਕੰਮ ਬਹੁਤ ਲਿਆ, ਪਰ ਜਦੋਂ ਕਿਤੇ ਅੱਗ ਦੇ ਨੇੜੇ ਹੱਥ ਜਾਂਦਾ ਹੈ ਤੇ ਬੰਦਾ ਇੱਕਦਮ ਬਚਾਅ ਰੱਖਦਾ ਵੀ ਕਿਤੇ ਲਾਟ ਮੈਨੂੰ ਨਾ ਪੈ ਜਾਏ। ਸਤਿਗੁਰੂ ਨੇ ਅੱਗ ਤਾਂ ਕਹੀ, ਕਹਿਣ ਲੱਗੇ ਪਿਆਰਿਆ, ਰੱਬ ਨੇ ਸੰਸਾਰ ਵਿੱਚ ਭੇਜਿਆ, ਸਰੀਰ ਤੈਨੂੰ ਦਿੱਤਾ, ਸਰੀਰ ਦੇ ਵਿੱਚ ਵਿਕਾਰਾਂ ਦੀ ਅੱਗ ਪਾਈ ਏ, ਅੱਗ ਤੋਂ ਕੰਮ ਲੈਣਾ ਤੂੰ, ਕੋਈ ਗੁਰੇਜ਼ ਨਹੀਂ, ਕਿਤੇ ਨਹੀਂ ਰੋਕਿਆ ਗਿਆ। ਪਰ ਇਹ ਗੱਲ ਜ਼ਰੂਰ ਖਿਆਲ ਰੱਖੀ, ਜੇ ਅੱਗ ਦੇ ਬਹੁਤਾ ਨੇੜੇ ਚਲਾ ਗਿਆ ਤੇ ਅੱਗ ਸਾੜ ਦੇਗੀ, ਜੇ ਅੱਗ ਦੇ ਬਹੁਤਾ ਦੂਰ ਚਲਾ ਗਿਆ ਤੇ ਠੰਡਾ ਹੋ ਜਾਏਗਾ, ਫਿਰ ਵੀ ਜ਼ਿੰਦਗੀ ਨਹੀਂ। ਮਾਇਆ ਤੋਂ ਬਿਨਾਂ ਜ਼ਿੰਦਗੀ ਚੱਲਦੀ ਨਹੀਂ, ਕਿਉਂਕਿ ਸਰੀਰ ਮਾਇਆ ਦਾ ਰੂਪ ਹੈ, ਮਾਇਆ ਛੱਡੀ ਨਹੀਂ ਜਾ ਸਕਦੀ, ਮਾਇਆ ਛੁੱਟਦੀ ਨਹੀਂ, ਮਾਇਆ ਦਾ ਪ੍ਰਭਾਵ ਛੁੱਟ ਸਕਦਾ, ਖਿਆਲ ਰੱਖਣਾ, ਮਾਇਆ ਨਹੀਂ। ਆਹ ਜਿਹੜਾ ਪੰਜ ਭੌਤਿਕ ਸਰੀਰ ਹੈ ਨਾ ਸਾਡਾ ਬਣਿਆ ਹੋਇਆ, ਜਿੰਨਾ ਚਿਰ ਬੰਦਾ ਇਹਦੇ ਵਿੱਚ ਹੈ ਉਹਨਾਂ ਚਿਰ ਮਾਇਆ ਤੋਂ ਉਹਦੀ ਖਲਾਸੀ ਨਹੀਂ ਹੋ ਸਕਦੀ, ਕਿਉਂਕਿ ਸਰੀਰ ਹੀ ਮਾਇਆ ਦਾ ਰੂਪ ਹੈ। ਜੇ ਕੋਈ ਬੰਦਾ ਘਰ ਛੱਡ ਵੀ ਜਾਂਦਾ ਹੈ, ਪਰਿਵਾਰ ਤੋਂ ਵੀ, ਘਰ ਤੋਂ, ਸਮਾਜ ਤੋਂ, ਦੇਸ਼ ਤੋਂ, ਜਿਉਂ ਨਿਕਲਿਆ ਹਿਮਾਲਿਆ ਤੇ ਛੰਨ ਪਾ ਲਈ, ਕੋਈ ਉੱਥੇ ਪੰਛੀ ਵੀ ਨਹੀਂ, ਇਕੱਲਾ ਬੰਦਾ ਚਲਾ ਜਾਏ ਬਿਲਕੁਲ, ਤੇ ਇਕੱਲਾ ਬੈਠਾ ਹੈ। ਕਈ ਵਾਰੀ ਉਹਨੂੰ ਭੁਲੇਖਾ ਪੈ ਜਾਂਦਾ ਮਾਇਆ ਤੋਂ ਦੂਰ ਆ ਗਿਆ, ਪਰ ਸੱਚ ਤਾਂ ਇਹ ਮਾਇਆ ਤੋਂ ਦੂਰ ਆਇਆ ਤਾਂ ਸਹੀ, ਪਰ ਜਿਹੜਾ ਨਾਲ ਸਰੀਰ ਚੁੱਕ ਕੇ ਲਿਆਇਆ ਇਹਦੇ ਵਿੱਚ ਫਿਰ ਮਾਇਆ, ਇਹ ਸਾਰੀ ਮਾਇਆ ਹੀ ਹੈ। ਤਾਂ ਮਾਇਆ ਤੋਂ ਬੰਦੇ ਦਾ ਖਹਿੜਾ ਨਹੀਂ, ਬਿਲਕੁਲ ਅਲੱਗ ਨਹੀਂ ਹੋ ਸਕਦਾ, ਉਹ ਨਾਲ ਹੀ ਰਹਿੰਦੀ, ਬਿਲਕੁਲ ਨਾਲ ਤੁਰਦੀ, ਨਾਲ ਨਾਲ ਰਹਿੰਦੀ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਕਿਹਾ, ਇਸ ਮਾਇਆ ਨੇ ਜਪ ਤਪ ਦੇ ਵਿੱਚ ਵੀ ਪ੍ਰਵੇਸ਼ ਕਰ ਲਿਆ, ਜਪੀਆਂ ਤਪੀਆਂ ਦਾ ਜਪ ਤਪ ਖੰਡਨ ਕਰ ਦਿੱਤਾ, ਪੂਜਾ ਵਾਲਿਆਂ ਦੀ ਪੂਜਾ ਵਿੱਚ ਛੁਡਾ ਦਿੱਤੀ, ਬਹੁਤ ਕੁਝ ਹੈ। ਗੁਰੂ ਨਾਨਕ ਸਾਹਿਬ ਗਏ ਸੀ ਨਾ, ਸਮਾਧੀਆਂ ਵਾਲਿਆਂ ਦੀਆਂ ਸਮਾਧੀਆਂ ਖੋਲ੍ਹ ਦਿੱਤੀਆਂ ਨੇ, ਤੋੜ ਦਿੱਤੀਆਂ, ਧਿਆਨ ਲਾਉਣ ਵਾਲਿਆਂ ਦੇ ਧਿਆਨ ਟੁੱਟ ਗਏ ਇਸ ਮਾਇਆ ਦੇ ਨਾਲ। ਬੜੀ ਜ਼ਬਰਦਸਤ ਹੈ, ਬੜੀ ਸ਼ਕਤੀਸ਼ਾਲੀ ਹੈ। ਮਾਇਆ ਅੱਖਰ ਦੇ ਅਰਥ ਹੀ ਇਹ ਬਣਦੇ ਨੇ, ਮਾਇਆ ਦਾ ਮਤਲਬ ਹੈ ਪ੍ਰਭਾਵ। ਜਿਹੜੀ ਚੀਜ਼ ਇੰਨਾ ਅਸਰ ਰੱਖਦੀ ਹੈ, ਜਿਹਦੇ ਉੱਤੇ ਪੈ ਜਾਂਦੀ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਵੇਂ ਵਾਪਰਦੀ ਹੈ, ਬੜੇ ਇਹਦੇ ਪ੍ਰਭਾਵ। ਇਸ ਕਰਕੇ ਇਹ ਜੋ ਸੰਸਾਰ ਹੈ ਬਣਾਇਆ ਅਕਾਲ ਪੁਰਖ ਵਾਹਿਗੁਰੂ ਨੇ, ਮਾਇਆ ਵਿੱਚ ਪਾਈ ਹੈ, ਉਹਦੇ ਤੋਂ ਛੁੱਟਿਆ ਨਹੀਂ ਜਾ ਸਕਦਾ, ਪ੍ਰਭਾਵ ਹੈ। ਗੁਰੂ ਨਾਨਕ ਸਾਹਿਬ ਇੱਕ ਇਲਾਕੇ ਵਿੱਚ ਪਿੰਡ ਦੇ ਬਾਹਰਲੇ ਪਾਸੇ ਇੱਕ ਸੰਨਿਆਸੀ ਨੂੰ ਮਿਲੇ, ਉਹਦਾ ਸ਼ਬਦ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹ ਸੰਨਿਆਸੀ ਸੀ, ਬਾਹਰਲੇ ਪਾਸੇ ਪਿੰਡ ਦੇ ਹਰ ਰੋਜ਼ ਬੈਠਦਾ ਰੁੱਖ ਥੱਲੇ, ਤਾਂ ਪਿੰਡ ਦੇ ਲੋਕ ਇਕੱਠੇ ਹੋ ਕੇ ਉਹਦੇ ਕੋਲ ਆਉਂਦੇ ਸਨ, ਤਿਆਗੀ ਸੀ ਮਾਇਆ ਦਾ। ਤਾਂ ਉਹਨੇ ਇਹ ਪ੍ਰਚਲਿਤ ਕੀਤਾ ਸੀ ਕਿ ਉਹਨੂੰ 3 ਲੋਕਾਂ ਦੀ ਸੋਝੀ ਹੈ। 3 ਲੋਕਾਂ ਦਾ ਮਤਲਬ ਜਿਹੜਾ ਸਮਾਂ ਲੰਘ ਗਿਆ ਮੈਂ ਉਹਦੇ ਬਾਰੇ ਵੀ ਜਾਣਨਾ, ਜਿਹੜਾ ਹੁਣ ਚੱਲਦਾ ਮੈਂ ਉਹਦੇ ਬਾਰੇ ਵੀ ਜਾਣਨਾ, ਤੇ ਜਿਹੜਾ ਆਉਣ ਵਾਲਾ ਹੈ ਉਹਨੂੰ ਵੀ ਜਾਣਨਾ। ਇਹਨੂੰ ਕਹਿੰਦੇ ਤ੍ਰੈ ਕਾਲ ਦਰਸ਼ੀ, 3 ਕਾਲਾਂ ਨੂੰ ਵੇਖਣ ਵਾਲਾ। ਤੇ 3 ਲੋਕਾਂ ਦਾ ਮਤਲਬ ਜਿਹੜਾ ਸਾਰੇ ਬ੍ਰਹਿਮੰਡ ਬਾਰੇ ਜਾਣਦਾ। ਜਦੋਂ ਗੁਰੂ ਸਾਹਿਬ ਉੱਥੇ ਗਏ ਤੇ ਕਈਆਂ ਨੇ ਕਿਹਾ ਕਿ ਇੱਕ ਯੋਗੀ ਰਾਜ ਜਿਹੜੇ 3 ਕਾਲ ਦਰਸ਼ੀ ਨੇ, ਬੜਾ ਕੁਝ ਜਾਣਦੇ ਨੇ, ਕਿੱਥੇ ਕੀ ਵਾਪਰ ਰਿਹਾ ਹੈ, ਅੰਤਰਜਾਮੀ ਨੇ, ਮਹਾਨ ਨੇ। ਸਤਿਗੁਰੂ ਨੂੰ ਮਰਦਾਨਾ ਕਹਿੰਦਾ, ਮਹਾਰਾਜ ਦੇਖ ਕੇ ਆਈਏ ਕੀ ਕੀ ਜਾਣਦਾ ਹੈ, ਕੀ ਸਭ ਬੁੱਝ ਸਕਦਾ। ਹਜ਼ੂਰ ਚਲੇ ਗਏ, ਭਾਈ ਮਰਦਾਨਾ ਗਏ ਸਤਿਗੁਰੂ ਨਾਲ। ਉਹ ਬੈਠੇ ਹੋਏ ਨੇ ਵਿਛਾ ਕੇ ਚਾਦਰ, 150 ਲੋਕ ਬੈਠੇ ਨੇ, ਆਪੋ ਆਪਣੀ ਗੱਲ ਦੱਸ ਰਹੇ ਨੇ, ਤੇ ਉਹ ਅੱਖਾਂ ਬੰਦ ਕਰਕੇ ਸਿਰ ਉੱਪਰ ਨੂੰ ਕੀਤਾ ਹੈ ਔਰ ਉਹਨਾਂ ਨੂੰ ਦੱਸੀ ਜਾ ਰਿਹਾ, ਤੇਰੇ ਘਰ ਵਿੱਚ ਇਹ ਹੈ, ਤੇਰੇ ਘਰ ਵਿੱਚ ਇਸ ਤਰ੍ਹਾਂ ਹੈ।
ਮੈਂ ਪਰਲੋਕ ਤੱਕ ਵੇਖ ਰਿਹਾ, ਤੁਹਾਡੇ ਜਿਹੜੇ ਚੜ੍ਹਾਈ ਕਰ ਚੁੱਕੇ ਕਿੱਥੇ ਕਰਕੇ ਪਹੁੰਚ ਗਏ, ਮੈਂ ਸਭ ਕੁਝ ਦੇਖ ਰਿਹਾ। ਮਰਦਾਨੇ ਨੇ ਵੇਖਿਆ ਸਾਰੇ ਲੋਕ ਬੜੇ ਮਗਨ ਸਨ ਤੇ ਉਹ ਅੱਖਾਂ ਬੰਦ ਕਰਕੇ ਉੱਪਰ ਮਰਦਾਨਾ ਤੇ ਸਤਿਗੁਰੂ ਖੜੇ ਰਹੇ। ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਬੰਦਾ ਤਾਂ ਲੱਗਦਾ ਜ਼ਰੂਰ, ਬੜੀ ਸਮਾਧੀ ਜੁੜੀ ਹੈ। ਸਤਿਗੁਰੂ ਨੇ ਕਿਹਾ, ਮਰਦਾਨਿਆ ਇਹਦੇ ਅੱਗੇ ਜਿਹੜਾ ਡੱਬਾ ਪਿਆ ਹੋਇਆ ਨਾ ਮਾਇਆ ਵਾਲਾ, ਇਹ ਪੈਰ ਦੱਬ ਕੇ ਆਵਾਜ਼ ਨਾ ਆਵੇ, ਕਿਉਂਕਿ ਉਹਦੇ ਅੱਗੇ ਸੀ ਇੱਕ ਡੱਬਾ ਜਿਹਦੇ ਵਿੱਚ ਲੋਕ ਰੁਪਈਆ 2 4 10 ਪਾਉਂਦੇ ਸੀ। ਇਹ ਆਰਾਮ ਨਾਲ, ਕਿਉਂਕਿ ਲੋਕ ਵੀ ਸਾਰੇ ਮਗਨ ਨੇ, ਹੋਸ਼ ਉਹਨਾਂ ਨੂੰ ਵੀ ਕੋਈ ਨਹੀਂ ਕੀ ਹੋ ਰਿਹਾ, ਤੇ ਉਹਨੇ ਤੇ ਅੱਖਾਂ ਬੰਦ ਕੀਤੀਆਂ ਹੀ ਨੇ। ਤੇ ਤੂੰ ਯਤਨ ਕਰਕੇ ਇਹ ਜਿਹੜਾ ਡੱਬਾ ਹੈ ਇਹਦਾ ਮਾਇਆ ਵਾਲਾ ਇਹਦੇ ਪਿੱਛੇ ਰੱਖ ਦੇ, ਪਿੱਠ ਦੇ ਪਿਛਲੇ ਪਾਸੇ। ਬਸ ਇਹ ਕੰਮ ਕਰਕੇ ਤੂੰ ਆ ਜਾ, ਫਿਰ ਵੇਖ ਕਿਵੇਂ ਧਿਆਨ ਟੁੱਟਦਾ ਹੈ, ਕਿਵੇਂ ਸਭ ਕੁਝ ਪ੍ਰਗਟ ਹੋ ਜਾਏਗਾ। ਕਹਿੰਦੇ ਨੇ ਮਰਦਾਨੇ ਨੇ ਉਸੇ ਤਰ੍ਹਾਂ ਕੀਤਾ, ਉਹ ਡੱਬਾ ਪਿਛਲੇ ਪਾਸੇ ਰੱਖ ਦਿੱਤਾ। ਇੱਕ ਗੱਲ ਜ਼ਰੂਰ ਹੈ, ਗੁਰੂ ਘਰ ਦੇ ਵਿੱਚ ਸ਼ਰਧਾ ਨੂੰ ਮਹਾਨ ਕਿਹਾ ਗਿਆ, ਕੋਈ ਸ਼ੱਕ ਨਹੀਂ। ਪਿਆਰ ਪਹਿਲੇ ਨੰਬਰ 'ਤੇ, ਪ੍ਰੇਮ ਪਹਿਲੇ ਨੰਬਰ 'ਤੇ, ਪਰ ਸਿੱਖ ਧਰਮ ਜਿਹੜਾ ਹੈ ਲੌਜਿਕ ਮੰਗਦਾ ਜ਼ਰੂਰ। ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ ਨੇ, ਉਹਨਾਂ ਨੇ ਅੱਖ ਬੰਦ ਕਰਨ ਵਾਲੇ ਧਰਮ ਦੀ ਵਿਆਖਿਆ ਨਹੀਂ ਕੀਤੀ ਵੀ ਜੋ ਹੋ ਰਿਹਾ ਪ੍ਰਵਾਨ ਕਰੀ। ਉਹ ਅਗਲੀ ਦੁਨੀਆ ਹੈ ਜਿੱਥੇ ਜੋ ਹੋਵੇ ਸੋ ਪ੍ਰਵਾਨ। ਪਰ ਉਹਨਾਂ ਨੇ ਇੱਕ ਇੱਕ ਥਾਂ ਦੇ ਉੱਤੇ ਜਾ ਕੇ ਲੌਜਿਕ ਕੱਢੇ, ਉਹਦਾ ਵਿਗਿਆਨ ਦੱਸਿਆ ਵੀ ਕੀ ਹੈ। ਔਰ ਜਦੋਂ ਮਾਇਆ ਵਾਲਾ ਡਿੱਬਾ ਪਿੱਛੇ ਰੱਖ ਦਿੱਤਾ, ਇਹ ਜਿਹੜਾ ਸੱਜਣ ਸੀ ਬਸ ਇਹਦੀ ਮਾਰ ਇੱਥੋਂ ਸੀ ਵੀ ਡੱਬਾ ਕਦੋਂ ਭਰਿਆ ਜਾਏ ਤੇ ਮੈਂ ਸਮਾਧੀ ਖਤਮ ਕਰਾਂ। ਵਿੱਚ ਵਿੱਚ ਅੱਖ ਬਚਾ ਕੇ ਵੇਖ ਵੀ ਲੈਂਦਾ ਸੀ ਵੀ ਕਿੱਥੋਂ ਕੁ ਤੱਕ ਆ ਗਿਆ, ਜੇ ਨੇੜੇ ਲੱਗਾ ਤੇ ਖੋਲਾਂ, ਕਿਉਂਕਿ ਲੱਤਾਂ ਦੁਖਦੀਆਂ ਨੇ, ਚੌਂਕੜਾ ਕਦੇ ਦਾ ਮਾਰਿਆ। ਤਾਂ ਉਹਦਾ ਨਾ ਵਿੱਚੋਂ 5-7 ਮਿੰਟ ਬਾਅਦ ਧਿਆਨ ਮਾਰ ਕੇ ਵੇਖ ਲੈਂਦਾ ਸੀ। ਜਦੋਂ ਮਰਦਾਨੇ ਨੇ ਚੁੱਕਿਆ ਉਦੋਂ ਤੇ ਅੱਖ ਬੰਦ ਸੀ, ਵੇਖਿਆ ਤੇ ਅੱਗੇ ਡੱਬਾ ਨਹੀਂ, ਇੱਕਦਮ ਸਮਾਧੀ ਖੁੱਲ ਗਈ, ਟੁੱਟ ਗਈ ਸਮਾਧੀ। ਸਤਿਗੁਰੂ ਕਹਿੰਦੇ ਮਰਦਾਨਿਆਂ ਵੇਖ, ਇਹਨੂੰ ਕਹਿੰਦੇ ਮਾਇਆ। ਟੁੱਟ ਗਈ ਸਮਾਧੀ ਸਾਰੀ, ਪਰਲੋਕ ਨਾਲ ਸੰਬੰਧ ਹੀ ਟੁੱਟ ਗਿਆ। ਇੱਥੋਂ ਤੱਕ ਹੀ ਬਸ ਨਹੀਂ, ਕ੍ਰੋਧ ਆ ਗਿਆ, ਅੱਗ ਬਬੂਲਾ ਹੋ ਗਿਆ, ਗਰਮ ਸ਼ਬਦ ਨਿਕਲਣ ਲੱਗ ਪਏ, ਸਰੀਰ ਕੰਬਣ ਲੱਗ ਪਿਆ ਔਰ ਬੜੀ ਉੱਚੀ ਉੱਚੀ ਬੋਲਣ ਲੱਗ ਪਿਆ, ਕੌਣ ਹੈ, ਕਿੱਧਰ ਗਿਆ ਮੇਰਾ ਡੱਬਾ, ਕਿੱਧਰ ਗਿਆ। ਹਜ਼ੂਰ ਨੇ ਫਿਰ ਸਾਹਮਣੇ ਹੋ ਕੇ ਇੱਕ ਵਚਨ ਕਿਹਾ, ਕਹਿਣ ਲੱਗੇ ਜੋਗੀ ਰਾਜ, ਤੁਸੀਂ ਤੇ 3 ਲੋਕਾਂ ਬਾਰੇ ਜਾਣਦੇ ਹੋ ਤੇ ਡੱਬਾ ਵੀ ਕਿਤੇ 3 ਲੋਕਾਂ ਵਿੱਚ ਹੀ ਹੋਣਾ, ਆਪੇ ਵੇਖ ਲਓ, ਘਬਰਾਉਂਦੇ ਕਿਉਂ। ਬੜਾ ਘਬਰਾ ਗਿਆ, ਲੋਕ ਵੀ ਖੜੇ ਹੋ ਗਏ, ਰੌਲਾ ਪੈ ਗਿਆ। ਇਸ ਕਸ਼ਮਕਸ਼ ਦੇ ਵਿੱਚ ਜਦੋਂ ਉੱਠਿਆ ਤੇ ਪਿੱਛੇ ਡੱਬਾ ਪੈਰ ਦੇ ਥੱਲੇ ਅੜ ਗਿਆ, ਜਿਹੜੀ ਮਾਇਆ ਸੀ ਉਹ ਵੀ ਖਿੱਲਰ ਗਈ। ਹਜ਼ੂਰ ਨੇ ਕਿਹਾ ਮਰਦਾਨਿਆਂ ਖੋਲ ਰਬਾਬ। ਮਰਦਾਨੇ ਨੇ ਰਬਾਬ ਖੋਲ ਦਿੱਤੀ ਤੇ ਸ਼ਬਦ ਉਚਾਰਿਆ, ਕਹਿੰਦੇ ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾਂ ਨਿਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਇਸ ਤਰ੍ਹਾਂ ਧਾਰਮਿਕ ਦੁਨੀਆ ਡੁੱਬਦੀ ਹੈ, ਜਿਵੇਂ ਆਹ ਡੁੱਬ ਰਿਹਾ ਬੈਠ ਕੇ। ਇਹ ਸ਼ੁਰੂ ਤੋਂ ਰਹੇ ਨੇ, ਅੱਜ ਨਹੀਂ। ਤਾਰਨ ਵਾਲੇ ਥੋੜੇ ਨੇ ਇੱਥੇ, ਕਿਉਂਕਿ ਤਾਰੇ ਉਹ ਜਿਹੜਾ ਆਪ ਤਰਿਆ, ਖੁਦ ਤਾਂ ਤਰਿਆ ਨਹੀਂ, ਦੂਜੇ ਨੂੰ ਕਿਵੇਂ ਤਾਰ ਲਏਗਾ। ਡੋਬਣ ਵਾਲਿਆਂ ਦੀ ਗਿਣਤੀ ਬਹੁਤ ਹੈ ਧਰਮ ਦੇ ਵਿੱਚ, ਕੋਈ ਅੰਤ ਨਹੀਂ। ਤਾਰਨ ਵਾਲਿਆਂ ਦੀ ਤੇ ਗੁਰੂ ਕਿਰਪਾ ਕਰੇ ਕਿਤੇ ਤਰਨ ਦੀ ਗੱਲ ਹੋ ਜਾਏ, ਤਰਨ ਦੀ ਗੱਲ ਚੱਲੇ। ਹਜ਼ੂਰ ਨੇ ਫਿਰ ਉੱਥੇ ਕੀਰਤਨ ਕੀਤਾ, ਸੰਗਤ ਬੈਠ ਗਈ। ਉਹ ਥੋੜ੍ਹਾ ਜਿਹਾ ਗੁੱਸੇ ਵਿੱਚ ਆਇਆ, ਸਤਿਗੁਰੂ ਨੇ ਉਹਨੂੰ ਦੁਰਕਾਰਿਆ ਨਹੀਂ, ਕਹਿਣ ਲੱਗੇ ਕ੍ਰੋਧ ਨਾ ਕਰੋ, ਥੋੜ੍ਹਾ ਜਿਹਾ ਬਹਿ ਜਾਓ, ਗੱਲ ਸੁਣੋ ਧਿਆਨ ਨਾਲ। ਪਿਆਰ ਕੀਤਾ ਉਹਨੂੰ, ਦੁਰਕਾਰਿਆ ਨਹੀਂ। ਗੁਰੂ ਸਾਹਿਬ ਨੇ ਜਿਹਦਾ ਨੁਕਸ ਕੱਢਿਆ ਉਹਨੂੰ ਹੇਠੀ ਨਹੀਂ ਦਿਖਾਈ, ਇਹ ਖਿਆਲ ਰੱਖਣਾ। ਸਾਡੇ ਵਿੱਚ ਤੇ ਉਹਨਾਂ ਵਿੱਚ ਇਹੀ ਫਰਕ ਹੈ। ਅਸੀਂ ਜਿਹਦਾ ਨੁਕਸ ਕੱਢਦੇ ਹਾਂ ਉਹਨੂੰ ਥੱਲੇ ਲਾਉਣਾ ਚਾਹੁੰਦੇ ਹਾਂ, ਜਾਂ ਅਸੀਂ ਨੁਕਸ ਕੱਢਦੇ ਹੀ ਉਹਦਾ ਵਾਂ ਜਿਹਨੂੰ ਥੱਲੇ ਲਾਉਣਾ ਹੈ। 2 ਹੀ ਗੱਲਾਂ ਨੇ। ਪਰ ਗੁਰੂ ਦਾ ਇਹ ਸੁਭਾਅ ਨਹੀਂ। ਗੁਰੂ ਦਾ ਸੁਭਾਅ ਤੇ ਇਸ ਤਰ੍ਹਾਂ ਦਾ ਹੈ ਵੀ ਜੇ ਉਹਦਾ ਕੋਈ ਦੁਸ਼ਮਣ ਵੀ ਬਾਹਰੋਂ ਉਹ ਆਉਂਦਾ ਹੈ, ਉਹਨੂੰ ਵੀ ਦੱਸਣ ਦਾ ਯਤਨ ਕਰਦਾ ਵੀ ਤੇਰੀ ਜ਼ਿੰਦਗੀ ਵਿੱਚ ਇੱਥੇ ਮੈਨੂੰ ਥੋੜ੍ਹੀ ਜਿਹੀ ਗਲਤੀ ਲੱਗਦੀ, ਜੇ ਸਿੱਧੀ ਕਰ ਲੈ ਤੇ ਹੋ ਸਕਦਾ ਹੈ ਤੇਰੀ ਜ਼ਿੰਦਗੀ ਠੀਕ ਹੋ ਜਾਏਗੀ। ਸਤਿਗੁਰੂ ਨੇ ਕੀਰਤਨ ਕੀਤਾ ਤੇ ਸ਼ਬਦ ਸੀ, ਕਹਿੰਦੇ ਕਾਲ ਨਾਹੀ,
ਕਾਲ ਦੇ ਅਰਥ ਨੇ ਸਮਾਂ। ਜੋਗ ਨਾ ਹੀ ਸਤ ਕਾ ਢੱਬ। ਇਹ ਤਿੰਨ ਗੱਲਾਂ ਕਹੀਆਂ ਉਸ ਜੋਗੀ ਨੂੰ ਸਮਝਾਉਂਦੇ, ਕਹਿਣ ਲੱਗੇ ਜੋਗੀ ਜੀ ਇਸ ਕੰਮ ਦਾ ਹੁਣ ਸਮਾਂ ਨਹੀਂ ਜਿਹੜਾ ਤੁਸੀਂ ਕਰਦੇ ਹੋ ਪਏ। ਕਾਲ ਨਹੀਂ, ਇਹ ਸਮਾਂ ਇਹਦਾ ਹੈ ਨਹੀਂ। ਸਮੇਂ ਅਨੁਸਾਰ ਬੀਜ ਬੀਜਣਾ ਚਾਹੀਦਾ ਹੈ। ਅੱਜ ਨਹੀਂ ਚੱਲਦਾ ਯੋਗ, ਅੱਜ ਨਹੀਂ ਚੱਲਦਾ ਬਹੁਤੇ ਧਿਆਨ ਦੀਆਂ ਸਮਾਧੀਆਂ। ਪ੍ਰੇਮ ਦੀ ਦੁਨੀਆ ਹੈ। ਇਹਨੂੰ ਮਹਾਭਾਰਤ ਦੇ ਵਿੱਚ ਵੀ ਮੈਂ ਇੱਕ ਸ਼ਲੋਕ ਪੜ੍ਹਿਆ, ਉਹਦੇ ਵਿੱਚ ਲਿਖਿਆ, ਇਸ ਯੁੱਗ ਨੂੰ ਲਿਖਿਆ ਸੰਗ ਯੁੱਗੋ। ਸੰਗ ਯੁੱਗੋ, ਸੰਗ ਦਾ ਮਤਲਬ ਹੁੰਦਾ ਇਕੱਠ, ਸੰਗ ਦਾ ਮਤਲਬ ਹੈ ਸੰਗਤ। ਇਹ ਜਿਹੜਾ ਸਮਾਂ ਹੈ ਸੰਗਤ ਦਾ ਸਮਾਂ ਹੈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ, ਬਾਣੀ ਗੁਰ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇਹ ਜਿਹੜਾ ਵਕਤ ਚੱਲ ਰਿਹਾ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤੀ। ਪੂਰਬ ਲਿਖੇ ਕਾ ਲੈਣਾ, ਕੋਈ ਕਰਮ ਕੰਮ ਨਹੀਂ ਦਿੰਦਾ ਹੁਣ। ਜਾਂ ਨਾਮ ਹੈ ਜਾਂ ਸਾਧ ਸੰਗਤ। ਸਿੱਖੀ ਦੇ ਕਰਮ ਹੀ ਦੋ ਨੇ, ਕਿਸੇ ਦਿਨ ਇਹ ਸਾਰਾ ਵਿਸ਼ਾ ਇਕੱਠਾ ਲਵਾਂਗੇ। ਸਿੱਖੀ ਹੋਰ ਕਿਸੇ ਕਰਮ ਨੂੰ ਪ੍ਰਵਾਨ ਨਹੀਂ ਕਰਦੀ। ਜੇ ਕੋਈ ਕਰਮ ਦਿਸਦੇ ਵੀ ਨੇ ਤੇ ਇਹਨਾਂ ਦੋਵਾਂ ਕਰਮਾਂ ਦੇ ਅੰਗ ਨੇ, ਉਹ ਪੂਰਕ ਨੇ, ਇਹਨਾਂ ਨੂੰ ਵੱਡਾ ਕਰਦੇ ਨੇ। ਇਸ ਕਰਕੇ ਹਜ਼ੂਰ ਨੇ ਕਿਹਾ, ਯੋਗੀ ਜੀ ਕਾਲ ਨਹੀਂ, ਇਹਨਾਂ ਕੰਮਾਂ ਦਾ ਹੁਣ ਸਮਾਂ ਨਹੀਂ ਜੇ ਜਿਹੜਾ ਤੁਸੀਂ ਕਰਦੇ ਹੋ ਪਏ। ਇਹ ਗਲਤ ਗੱਲਾਂ ਨੇ। ਯੋਗ ਨਹੀਂ, ਫਿਰ ਤੁਹਾਡੇ ਕੋਲ ਯੋਗ ਵੀ ਕੋਈ ਨਹੀਂ, ਜੁੜਨ ਦਾ ਤਰੀਕਾ ਨਹੀਂ। ਤੇ ਤੀਜਾ ਬਚਨ ਕਿਹਾ, ਕਹਿੰਦੇ ਨਾ ਹੀ ਸਤ ਕਾ ਢੱਬ। ਢੱਬ ਕਹਿੰਦੇ ਨੇ ਜੁਗਤ ਨੂੰ। ਤਰੀਕਾ ਵੀ ਤੁਹਾਡਾ ਠੀਕ ਨਹੀਂ ਹੈ। ਜੁਗਤ ਤੁਹਾਡੇ ਵਿੱਚ ਇਮਾਨਦਾਰੀ ਨਹੀਂ। ਆਹ ਲੋਕਾਂ ਨੂੰ ਕਿਉਂ ਭਟਕਾ ਰਹੇ ਹੋ? ਝੂਠ ਕਿਉਂ ਬੋਲ ਰਹੇ ਹੋ? ਇਹਨਾਂ ਨਾਲ ਧੋਖਾ ਕਿਉਂ ਦੇ ਰਹੇ ਹੋ? ਜੋ ਕੁਝ ਤੁਹਾਡੇ ਕੋਲ ਹੈ ਸਿਰਫ ਉਹ ਹੀ ਦੱਸੋ, ਜੇ ਨਹੀਂ ਤਾਂ ਜਵਾਬ ਦੇ ਦਿਓ, ਗੱਲ ਖਤਮ ਹੈ। ਤੀਸਰੀ ਗੱਲ ਹੀ ਕੋਈ ਨਹੀਂ। ਜਿੱਥੋਂ ਤੱਕ ਹੈ ਉਹਨਾਂ ਕਹੋ, ਜੇ ਨਹੀਂ ਤਾਂ ਬੰਦ ਕਰ ਦਿਓ। ਇਹਦੀ ਕੀ ਲੋੜ ਹੈ? ਪਖੰਡ ਨਹੀਂ ਕਰਨਾ ਚਾਹੀਦਾ, ਧੋਖਾ ਨਹੀਂ ਦੇਣਾ ਚਾਹੀਦਾ। ਬੜਾ ਵੱਡਾ ਧੋਖਾ ਹੈ। ਕਈ ਜਨਮਾਂ ਤੱਕ ਭਟਕਾ ਦਿਓਗੇ ਲੋਕਾਂ ਨੂੰ, ਗਲਤ ਰਾਹ ਤੇ ਤੋਰ। ਕਈ ਜਨਮਾਂ ਦੇ ਭਟਕੇ ਹੋਏ ਲੋਕ ਅੱਜ ਵੀ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਨੇ ਔਰ ਕਹਿੰਦੇ ਨੇ ਦੱਸੋ, ਸਮਝ ਨਹੀਂ ਆ ਰਹੀ, ਪਤਾ ਨਹੀਂ ਲੱਗ ਰਿਹਾ। ਪਤਾ ਨਹੀਂ ਲੱਗ ਰਿਹਾ। ਪਤਾ ਕਿਉਂ ਨਹੀਂ ਲੱਗ ਰਿਹਾ? ਕਈ ਜਨਮ ਪਹਿਲਾਂ ਕਿਸੇ ਗਲਤ ਬੰਦੇ ਨੇ ਭਟਕਾ ਦਿੱਤਾ, ਗਲਤ ਰਾਹ ਤੇ ਤੋਰ। ਇਹ ਕਰ ਲੈ, ਉਹ ਕਰ ਲੈ। ਹੁਣ ਉਹਨਾਂ ਦਾ ਪੁਰਾਣਾ ਅਭਿਆਸ ਹੈ। ਹੁਣ ਐਡੀ ਛੇਤੀ ਸਮਾਂ ਕਿਵੇਂ 1-2 ਸਾਲ ਵਿੱਚ, 1 ਮਹੀਨੇ ਵਿੱਚ, 10 ਦਿਨਾਂ ਵਿੱਚ ਕਿਵੇਂ ਗੱਲਾਂ ਬਦਲਣ ਸਾਰੀਆਂ? ਉਹਨੂੰ ਸਮਾਂ ਚਾਹੀਦਾ। ਤਾਂ ਇਹਦਾ ਇਲਾਜ ਗੁਰੂ ਸਾਹਿਬ ਨੇ ਦੱਸਿਆ, ਕਹਿੰਦੇ ਸਾਧ ਸੰਗਤ ਵਿੱਚ ਆਈ ਜਾ, ਹੋਰ ਕੋਈ ਰਾਹ ਨਹੀਂ। ਸਾਧ ਸੰਗਤ ਵਿੱਚ ਆਈ ਜਾ, ਬਸ ਇੱਥੇ ਬੈਠ, ਇੱਥੇ ਸੁਣ, ਇੱਥੇ ਆਪਣੇ ਆਪ ਨੂੰ ਸਮਰਪਿਤ ਕਰ ਬਾਣੀ ਨੂੰ, ਗੁਰੂ ਨੂੰ। ਇਹ ਹੀ ਰਾਹ ਹੈ। ਤਾਂ ਸਤਿਗੁਰੂ ਨੇ ਕਿਹਾ, ਨਾ ਹੀ ਸਤ ਕਾ ਢੱਬ। ਤੇਰੇ ਕੋਲ ਢੱਬ ਵੀ ਕੋਈ ਨਹੀਂ। ਢੱਬ ਦੇ ਅਰਥ ਨੇ ਜੁਗਤ, ਤਰੀਕਾ, ਢੋਵਾ ਜਿਹਨੂੰ ਕਹਿੰਦੇ ਨੇ। ਬਾਣੀ ਵਿੱਚ ਸ਼ਬਦ ਆਇਆ, ਆਪ ਸਹਾਈ ਹੋਵਾ। ਜਦੋਂ ਸਹਾਈ ਹੁੰਦਾ ਕਿਵੇਂ ਹੁੰਦਾ ਹੈ? ਸਿੱਧਾ ਨਹੀਂ ਹੁੰਦਾ ਸਹਾਈ। ਜਦੋਂ ਸਹਾਈ ਹੁੰਦਾ ਕਾਹਦੇ ਰਾਹੀਂ ਹੁੰਦਾ? ਆਪ ਸਹਾਈ ਹੋਵਾ, ਸੱਚੇ ਕਾ ਸੱਚਾ ਢੋਵਾ। ਢੋ ਲੱਗ ਗਿਆ, ਜੁਗਤ ਮਿਲ ਗਈ, ਸਬੱਬ ਬਣ ਗਿਆ, ਤਰੀਕਾ ਬਣ ਗਿਆ, ਜੁਗਤ ਬਣ ਗਈ। ਇਸ ਲਈ ਕਹਿੰਦੇ ਨੇ, ਕਾਲ ਨਾਹੀ ਜੋਗ ਨਾਹੀ ਸਤ ਕਾ ਢੱਬ। ਥਾਂ ਨਿਸ਼ਟ ਜਗ ਭ੍ਰਿਸ਼ਟ ਹੋਏ। ਉਹ ਸਾਰੇ ਥਾਂ ਇਸ ਤਰ੍ਹਾਂ ਭ੍ਰਿਸ਼ਟ ਹੋ ਜਾਂਦੇ ਨੇ ਜਿੱਥੋਂ ਲੋਕਾਂ ਨੂੰ ਰੋਸ਼ਨੀ ਮਿਲਣੀ ਸੀ, ਜਿੱਥੋਂ ਲੋਕਾਂ ਨੂੰ ਗਿਆਨ ਮਿਲਣਾ ਸੀ। ਆਪੋ ਆਪੀ ਹੈ, ਆਪੋ ਤਾਪੀ ਹੈ। ਸਾਡੇ ਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਵੀ ਅਸੀਂ ਜੋ ਕੁਝ ਕਹਿਣਾ ਹੈ ਅਰਦਾਸ ਕਰਕੇ ਕਹੀਏ ਕਿ ਸਤਿਗੁਰੂ ਤੁਹਾਡੇ ਨਾਲ ਮਿਲ ਕੇ ਤੁਰੀਏ, ਵੱਖਰੀ ਨਾ ਤੋਰੀਏ ਲਾਈਨ ਕੋਈ, ਮਿਲ ਕੇ ਤੁਰੀਏ। ਸ਼ਬਦ ਹੈ, ਧੁਰ ਕੀ ਬਾਣੀ ਹੈ, ਗੁਰੂ ਹੈ, ਪਰਖਿਆ ਹੋਇਆ ਗਿਆਨ ਹੈ, ਸਿੱਧਾ ਪਾਰਲੇ ਦੇਸ਼ ਤੋਂ ਆਇਆ ਹੈ, ਕੋਈ ਕਮੀ ਨਹੀਂ, ਸਭ ਕੁਝ ਪੂਰਾ ਹੈ। ਤੇ ਪਹਿਲਾਂ ਤੇ ਗੁਰੂ ਕਿਰਪਾ ਕਰੇ ਚੰਗੀ ਤਰ੍ਹਾਂ ਅਸੀਂ ਗੁਰੂ ਨੂੰ ਮੰਨ ਲਈਏ, ਕਮਾ ਲਈਏ, ਹੰਢਾ ਲਈਏ, ਆਪ ਵੇਖ ਲਈਏ, ਤੇ ਫਿਰ ਅਰਦਾਸ ਕਰਕੇ ਬੋਲੀਏ। ਫਿਰ ਕੋਈ ਗੱਲ ਸਿਰੇ ਲੱਗੇ, ਕੁਝ ਨਾ ਕੁਝ, ਸਾਰੀ ਨਹੀਂ, ਪੂਰਾ ਨਹੀਂ ਕੋਈ ਬੋਲੇਗਾ, ਕੁਝ ਹਿੱਸਾ ਬੋਲ ਸਕੇਗਾ, ਬਾਕੀ ਰਹਿ ਜਾਏਗਾ। ਤਾਂ ਥਾਨਿਸ਼ਟ ਜਗ ਭ੍ਰਿਸ਼ਟ ਹੋਏ। ਇਸ ਤਰ੍ਹਾਂ ਦੁਨੀਆ ਭ੍ਰਿਸ਼ਟ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਕੀਰਤਨ ਕੀਤਾ, ਫਿਰ ਬਚਨ ਕੀਤੇ, ਕਹਿਣ ਲੱਗੇ ਆਂਟ ਸੇਤੀ ਨਾਕ ਪਕੜੈ। ਸਾਰੀ ਇਹਦੇ ਵਿੱਚ ਵਿਆਖਿਆ ਦਿੱਤੀ ਉਹਦੀ। ਆਂਟ ਕਹਿੰਦੇ ਨੇ ਇਸ ਅੰਗੂਠੇ ਤੇ ਸੁੰਗਲ ਦੇ ਵਿਚਕਾਰਲਾ ਥਾਂ, ਇਹਦੇ ਨਾਲ ਉਹ ਨੱਕ ਫੜਦਾ ਸੀ, ਕਹਿੰਦਾ ਸੀ ਸਵਾਸ ਬੰਦ ਕੀਤੇ ਨੇ, ਸਮਾਧੀ ਲੱਗੀ ਹੈ।
ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਤੇ ਨਾਲ ਇਹ ਐਲਾਨ ਕੀਤਾ ਜਾਂਦਾ ਸੀ ਤਿੰਨਾਂ ਲੋਕਾਂ ਦੀ ਸੋਝੀ। ਜਿੱਥੇ ਐਲਾਨ ਹੈ ਉੱਥੇ ਸਿੱਖੀ ਨਹੀਂ, ਸਿੱਖੀ ਦਾ ਐਲਾਨ ਨਾਲ ਕੋਈ ਸੰਬੰਧ ਨਹੀਂ ਹੈ। ਸਿੱਖੀ ਦਾ ਇੱਕੋ ਹੀ ਐਲਾਨ ਹੈ ਸਿੱਖ ਦਾ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨੀ ਕਰ ਦਿੱਤੀ ਹੈ। ਇਹ ਸਿੱਖ ਦਾ ਐਲਾਨ ਜ਼ਰੂਰ ਹੈ। ਜੋ ਕੁਝ ਮੈਨੂੰ ਗੁਰੂ ਨੇ ਕਿਹਾ ਉਹ ਠੀਕ ਹੀ ਹੈ, ਬਿਲਕੁਲ ਇਹ ਜ਼ਰੂਰ ਐਲਾਨ ਕਰਦਾ ਹੈ। ਪਰ ਸਿੱਖ ਦਾ ਇਹ ਐਲਾਨ ਨਹੀਂ ਵੀ ਮੇਰੇ ਕੋਲ ਬ੍ਰਹਮ ਗਿਆਨ ਆ ਗਿਆ, ਮੈਨੂੰ ਤਿੰਨ ਲੋਕਾਂ ਦੀ ਸੋਝੀ ਹੋ ਗਈ ਹੈ, ਜਾਂ ਮੇਰਾ 10ਵਾਂ ਦੁਆਰਾ ਖੁੱਲ੍ਹ ਗਿਆ। ਇਹ ਸਿੱਖ ਦਾ ਐਲਾਨ ਕੋਈ ਨਹੀਂ ਹੁੰਦਾ। ਗੁਰੂ ਨੇ ਨਹੀਂ ਕੀਤਾ, ਸਿੱਖ ਕਿਵੇਂ ਕਰੇਗਾ? ਤਾਂ ਇਹ ਬਚਨ ਕੀਤੇ ਸੂਝ ਤੇ ਤਿੰਨ ਲੋ, ਸਤਿਗੁਰੂ ਨੇ ਬਚਨ ਕੀਤੇ ਮਗਰ ਪਾਛੈ ਕਛ ਨਾ ਸੂਝੈ। ਮਗਰਲੇ ਪਾਸੇ ਨਹੀਂ ਪਤਾ ਲੱਗਦਾ ਵੀ ਉਹ ਮਾਇਆ ਵਾਲਾ ਡਿੱਬਾ ਪਿੱਛੇ ਪਿਆ ਹੋਇਆ, ਉਹਦੀ ਸਮਝ ਨਹੀਂ ਆਉਂਦੀ। ਉਂਝ ਕਹਿੰਦਾ ਤਿੰਨਾਂ ਲੋਕਾਂ ਦੀ ਸੋਝੀ ਹੈ। ਮਗਰ ਪਾਛੈ ਕਛ ਨਾ ਸੂਝੈ ਇਹ ਪਦਮ ਅਲੋ, ਇਹ ਇਹਦਾ ਤੀਜਾ ਨੇਤਰ ਹੈ। ਵੇਖੋ, ਇਹ ਹੈ ਇਹਦਾ ਗਿਆਨ, ਇਹ ਇਹਦੀ ਸਮਾਧੀ ਹੈ। ਸਤਿਗੁਰੂ ਨੇ ਇਹਦੇ ਅੰਦਰ ਇਸ਼ਾਰਾ ਕੀਤਾ ਉਸ ਸੱਜਣ ਵੱਲ। ਬੇਨਤੀ ਸਾਂਝੀ ਕਰ ਰਿਹਾ ਸੀ ਭੁਗਤ। ਬਾਬਾ ਫਰੀਦ ਜੀ ਨੇ ਜਿਹੜਾ ਬਚਨ ਕਿਹਾ ਉਹਦੇ ਰਾਹੀਂ ਮੈਂ ਗੱਲ ਸਾਂਝੀ ਕਰ ਰਿਹਾ ਸੀ। ਉਹਨਾਂ ਨੇ ਕਿਹਾ ਹੱਥ ਨਾ ਲਾਈ ਕਸੁੰਬੜੇ। ਇਹ ਤਿੰਨ ਚੀਜ਼ਾਂ ਦੇ ਆਪਾਂ ਵਿਸ਼ੇ ਲੈ ਰਹੇ ਹਾਂ, ਮੁਕਤੀ, ਭੁਗਤੀ ਤੇ ਜੁਗਤੀ। ਜੁਗਤੀ ਤੋਂ ਬਿਨਾ ਮੈਂ ਉਦਾਹਰਨ ਦਿੱਤੀ ਸੀ, ਕੋਈ ਬੰਦਾ ਅੱਗ ਮੰਗ ਕੇ ਲੈ ਗਿਆ ਕਿਸੇ ਕੋਲੋਂ, ਪੁੱਛਿਆ ਨਹੀਂ ਇਹਦੀ ਵਰਤੋਂ ਕਿਵੇਂ ਕਰਨੀ ਹੈ। ਤੇ ਬਾਬਾ ਫਰੀਦ ਜੀ ਨੇ ਕਿਹਾ ਬਈ ਦੁਨੀਆ ਵਿੱਚ ਜੋ ਕੁਝ ਦਿਸਦਾ ਹੈ ਅੱਗ ਵਰਗਾ। ਮਾਇਆ ਨੂੰ ਅੱਗ ਨਾਲ ਤਰਜੀਹ ਦਿੱਤੀ। ਅੱਗ ਚਾਹੀਦੀ ਜ਼ਰੂਰ ਹੈ, ਇਹਦੇ ਤੋਂ ਬਿਨਾਂ ਸਰਦਾ ਨਹੀਂ। ਪਰ ਇਹ ਖਿਆਲ ਰੱਖਣਾ, ਥਾਂ ਤੇ ਰੱਖਣਾ ਚੁੱਲ੍ਹ ਹੈ ਅੱਗ ਵਾਸਤੇ, ਹੋਰ ਨਹੀਂ ਕੋਈ ਥਾਂ। ਜੇ ਅੱਗ ਨੂੰ ਸਿਰਹਾਣੇ ਰੱਖ ਲਿਆ, ਜੇ ਅੱਗ ਨੂੰ ਸਿਰ ਤੇ ਰੱਖ ਲਿਆ, ਤੇ ਗੁਰੂ ਸਾਹਿਬ ਨੇ ਬਚਨ ਕੀਤਾ ਤੂੰ ਤੇ ਇਸ ਮਾਇਆ ਦੀ ਅੱਗ ਨੂੰ ਹੋਰ ਕਿੱਥੇ ਰੱਖਣਾ ਸੀ? ਤੂੰ ਮਾਇਆ ਦੀ ਅੱਗ ਨੂੰ ਆਪਣੇ ਚਿੱਤ ਵਿੱਚ ਰੱਖ ਲਿਆ, ਤਾਂ ਹੀ ਤੇ ਉਹਨੇ ਤੇਰਾ ਚਿੱਤ ਸਾੜ ਦਿੱਤਾ ਹੈ। ਤਾਂ ਹੀ ਤੇ ਚਿੱਤ ਨਹੀਂ ਟਿਕਦਾ। ਉਹਦਾ ਸੁਭਾਅ ਹੈ, ਜਿਹਦੇ ਨਾਲ ਚਿੱਤ ਲੱਗਾ ਰਹੇਗਾ ਉਹਦੇ ਵਰਗਾ ਸੁਭਾਅ ਅੰਦਰ ਬਣਨਾ ਸ਼ੁਰੂ ਹੋ ਜਾਏਗਾ। ਜੈਸੋ ਸੇਵੈ ਤੈਸਾ ਹੋਵੈ। ਮੈਂ ਸਮਝਦਾ ਸਾਡਾ ਅੱਜ ਮਨ ਨਹੀਂ ਟਿਕਦਾ ਗੁਰਬਾਣੀ ਵਿੱਚ। ਸਾਰਿਆਂ ਦੀ ਸਾਡੀ ਸ਼ਿਕਾਇਤ ਹੈ, ਬਹੁਤਿਆਂ ਦੀ। ਤਾਂ ਕੁਝ ਤਾਂ ਇਮਾਨਦਾਰ ਨੇ, ਉਹ ਦੱਸ ਦਿੰਦੇ ਨੇ, ਬਹੁਤੇ ਦੱਸਦੇ ਨਹੀਂ। ਟਿਕਦਾ ਨਹੀਂ ਬਹੁਤਿਆਂ ਦਾ। ਤਾਂ ਟਿਕਣ ਦਾ ਨਾਂ ਕਾਰਨ ਕੀ ਹੈ? ਟਿਕਣ ਦਾ ਨਾਂ ਕਾਰਨ ਮਾਇਆ ਵਿੱਚ ਸੁਰਤ ਰਹਿਣ ਦਾ ਅਭਿਆਸ ਬਹੁਤ ਹੋ ਗਿਆ ਹੈ। ਸੁਰਤ ਰਹਿੰਦੀ ਮਾਇਆ ਵਿੱਚ ਹੈ। ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਗੁਰੂ ਨਾਨਕ ਸਾਹਿਬ ਸਾਡੇ ਚਿੱਤ ਦੀ ਦਸ਼ਾ ਦੱਸਦੇ ਨੇ। ਕਹਿੰਦੇ ਸਵੇਰੇ ਜਾਗ ਆਉਂਦੀ ਏ ਤੇ ਜਾਗ ਆਉਂਦਿਆਂ ਆਉਂਦਿਆਂ ਹੋਰ ਨਹੀਂ ਕੁਝ ਚੇਤੇ ਆਉਂਦਾ। ਏਕ ਸਵਾਨ, ਸਵਾਨ ਕਹਿੰਦੇ ਲੋਭ ਨੂੰ। ਸਵਾਨ ਦੇ ਅਰਥ ਨੇ ਕੁੱਤਾ। ਜਾਗ ਆਉਂਦਿਆਂ ਸਾਰ ਕਾਰੋਬਾਰ ਚੇਤੇ ਆ ਜਾਂਦਾ ਹੈ। ਜਾਗ ਆਉਂਦਿਆਂ ਸਾਰ ਲੈਣ ਦੇਣ ਚੇਤੇ ਆ ਜਾਂਦਾ ਹੈ। ਜਾਗ ਆਉਂਦਿਆਂ ਸਾਰ ਬੈਂਕ ਬੈਲੈਂਸ ਚੇਤੇ ਆ ਜਾਂਦਾ ਹੈ। ਜਾਗ ਆਉਂਦਿਆਂ ਸਾਰ ਧਨ ਦੀ ਗੱਲ ਚੱਲ ਪੈਂਦੀ। ਹੁਣ ਉਹ ਜਿਹੜਾ ਚਿੱਤ ਹੈ ਨਾ, ਜਦੋਂ ਉਹ ਲਗਾਤਾਰ ਇਸ ਮਾਇਆ ਦੀ ਸੰਗਤ ਕਰ ਰਿਹਾ ਅੰਦਰੋਂ, ਤੇ ਮਾਇਆ ਦਾ ਸੁਭਾਵ ਹੈ ਟਿਕਣਾ ਨਾ ਤੇ ਸੜਦੇ ਰਹਿਣਾ। ਸੱਪ ਦਾ ਸੁਭਾਅ ਹੈ। ਸਰਪ ਬਾਰੇ ਕਿਹਾ ਗਿਆ, ਸੱਪ ਜਿਹੜਾ ਰਾਤ ਨੂੰ ਜਦੋਂ ਸੌਂਦਾ ਵੀ ਉਦੋਂ ਵੀ ਕਹਿੰਦੇ ਉਹਦਾ ਕੁਝ ਨਾ ਕੁਝ ਹਿੱਲਦਾ ਰਹਿੰਦਾ ਹੈ। ਨੀਂਦ ਵਿੱਚ ਵੀ ਪੂਰਾ ਨਹੀਂ ਉਹ ਟਿਕਦਾ, ਉਹ ਟਿਕੇਗਾ ਨਹੀਂ। ਅੰਦਰ ਜ਼ਹਿਰ ਹੈ, ਪੂਛ ਹਿੱਲੇਗੀ, ਕਦੀ ਆਪ ਇੱਧਰ। ਸੱਪ ਦੇ ਅਰਥ ਹੀ ਇਹ ਨੇ ਜੋ ਟਿਕੇ ਨਾ। ਇੱਕ ਉਹ ਸੜਦਾ ਅੰਦਰੋਂ। ਮਾਇਆ ਦੀ ਤਰਜੀਹ ਤਾਂ ਦਿੱਤੀ ਸੱਪ ਨਾਲ। ਕਹਿੰਦੇ ਨੇ ਮਾਇਆ ਦੇ ਉੱਤੇ ਸੱਪ ਆਉਂਦਾ ਕਿਉਂ? ਤੇ ਮਾਇਆ ਜਿਸ ਮਨੁੱਖ ਨੇ ਮਨ ਦੇ ਵਿੱਚ ਵਾਰ-ਵਾਰ ਚੇਤੇ ਕੀਤੀ, ਵਾਰ-ਵਾਰ ਹੰਡਾਈ, ਵਾਰ-ਵਾਰ ਸਿਮਰਨ ਕੀਤਾ, ਯਕੀਨਨ ਹੀ ਮਾਇਆ ਦਾ ਪ੍ਰਭਾਵ ਉਹਦੇ ਚਿੱਤ ਤੇ ਪਏਗਾ। ਉਹਦੇ ਚਿੱਤ ਵਿੱਚ ਦੋ ਤਰ੍ਹਾਂ ਦੀ ਅਵਸਥਾ ਬਣੀ ਰਹੇਗੀ। ਇੱਕ ਤੇ ਚਿੱਤ ਟਿਕੇਗਾ ਨਹੀਂ, ਇੱਕ ਚਿੱਤ ਸੜਦਾ ਰਹੇਗਾ। ਅੰਦਰ ਅਗਨ ਪੈਦਾ ਹੋ ਜਾਏਗੀ, ਸ਼ੁਰੂ ਜਲਨ ਪੈਦਾ ਹੋ ਜਾਏਗੀ। ਇਹ ਬੜਾ ਵੱਡਾ ਰੋਗ ਹੈ ਅੱਜ ਲੋਕਾਂ ਨੂੰ। ਡਾਕਟਰ ਦੀ ਸਮਝ ਵਿੱਚ ਨਹੀਂ ਆਉਂਦਾ। ਕਹਿੰਦੇ ਸਰੀਰ ਵਿੱਚ ਅੱਗ ਲੱਗਦੀ, ਜਲਨ ਹੁੰਦੀ ਹੈ। ਤੇ ਉਹ ਕਿਉਂ ਲੱਗਦੀ? ਚਿੰਤਨ ਇੰਨਾ ਹੈ ਸੰਸਾਰ ਦਾ, ਉਹਨੇ ਅੱਗ ਹੀ ਲਾਉਣੀ, ਉਹ ਚੀਜ਼ ਸੜਨ ਵਾਲੀ ਹੈ। ਤਾਂ ਬਾਬਾ ਫਰੀਦ ਜੀ ਨੇ ਕਿਹਾ ਅੱਗ ਜਿਹੜੀ ਹੈ ਮਾਇਆ ਵਰਗੀ, ਪਰ ਇਹਨੂੰ ਤੂੰ ਠੀਕ ਥਾਂ ਤੇ ਰੱਖ। ਮਾਇਆ ਚਾਹੀਦੀ, ਕਿਤੇ ਰੋਕਿਆ ਨਹੀਂ। ਮੈਂ ਕਿਹਾ ਸੀ ਸਰੀਰ ਹੀ ਮਾਇਆ ਹੈ, ਛੱਡ ਨਹੀਂ ਸਕਦਾ ਸਰੀਰ ਧਾਰੀ ਮਾਇਆ ਨੂੰ।
ਕਬੀਰ ਜੀ ਨੇ ਬਚਨ ਕੀਤਾ ਹੈ ਕਿ ਮਾਇਆ ਜਿਹੜੀ ਹੈ ਜਵਾਲਾ ਵਰਗੀ ਹੈ। ਜਵਾਲਾ ਦੇ ਅਰਥ ਨੇ ਅੱਗ, ਸਾੜ ਦਿੱਤਾ ਇਹਨੇ ਸੰਸਾਰ ਨੂੰ। ਕਬੀਰ ਮਾਇਆ ਚੋਰਟੀ ਪਵਨ ਝਕੋਲਣ ਹਾਰ, ਸੰਤੋ ਮਾਖਣ ਖਾਇਆ ਛਾਛ ਪੀਐ ਸੰਸਾਰ। ਛਾਛ ਕਹਿੰਦੇ ਲੱਸੀ ਨੂੰ, ਕਹਿੰਦੇ ਦੁਨੀਆ ਲੱਸੀ ਪੀ ਰਹੀ ਹੈ, ਸੰਤਾਂ ਨੇ ਸੰਸਾਰ ਵਿੱਚੋਂ ਮੱਖਣ ਕੱਢ ਕੇ ਖਾ ਲਿਆ ਨਾਮ ਦਾ। ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਇੱਕ ਹੋਰ ਸ਼ਲੋਕ ਕਿਹਾ ਕਿ ਜਿਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਉਦਕ ਕਹਿੰਦੇ ਨੇ ਪਾਣੀ ਨੂੰ। ਕਬੀਰ ਸਾਹਿਬ ਕਹਿੰਦੇ ਜਿਸ ਜਵਾਲਾ ਨੇ, ਜਿਸ ਪਦਾਰਥ ਨੇ, ਜਿਸ ਅੱਗ ਨੇ ਦੁਨੀਆ ਨੂੰ ਸਾੜ ਦਿੱਤਾ ਹੈ, ਮੈਂ ਗੁਰੂ ਕੋਲੋਂ ਜੁਗਤ ਸਿੱਖੀ, ਉਹ ਹੀ ਅੱਗ ਪਾਣੀ ਬਣ ਗਈ। ਮਾਇਆ ਜਿਹੜੀ ਹੈ ਨਾਮ ਬਣ ਗਈ। ਤੁਸੀਂ ਸੁਖਮਣੀ ਸਾਹਿਬ ਵਿੱਚ ਇੱਕ ਬਚਨ ਪੜ੍ਹੋਗੇ ਜਿਹੜਾ ਇੰਜ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸੰਵਿਧਾਨ ਨੂੰ ਇੱਕ ਵਾਰੀ ਉਲਟਾ ਦਿੰਦੀ ਹੈ ਇੱਕ ਪੰਕਤੀ ਸੁਖਮਣੀ ਸਾਹਿਬ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਕਹਿੰਦੀ ਏ ਦੁਨੀਆ ਝੂਠ ਹੈ, ਨਾਸ਼ਵੰਤ ਹੈ, ਮਿੱਟੀ ਹੈ, ਨਾ ਰਹਿਣ ਵਾਲੀ। ਪਰ ਇੱਕ ਪੰਕਤੀ ਸੁਖਮਣੀ ਸਾਹਿਬ ਵਿੱਚ ਆਉਂਦੀ, ਉਹਦੇ ਵਿੱਚ ਇਹਦੇ ਉਲਟ ਗੱਲ ਕਹੇਗੀ। ਉਹਦੇ ਵਿੱਚ ਬਚਨ ਕੀਤੇ ਨੇ ਆਪ ਸਤ ਕੀਆ ਸਭ ਸਤ। ਉਹਦੇ ਅਰਥ ਇਹ ਬਣਦੇ ਨੇ ਰੱਬ ਆਪ ਸੱਚਾ ਹੈ ਤੇ ਆ ਜੋ ਕੁਝ ਉਹਨੇ ਬਣਾਇਆ, ਮਾਇਆ ਬਣਾਈ, ਇਹ ਵੀ ਸੱਚੀ ਹੈ, ਕਾਇਮ ਰਹਿਣ ਵਾਲੀ। ਇਹ ਪੰਕਤੀ ਸਾਰਾ ਵਿਰੋਧਾਭਾਸ ਹੈ ਗੁਰੂ ਗ੍ਰੰਥ ਸਾਹਿਬ ਦਾ। ਸਵਾਲ ਖੜਾ ਹੁੰਦਾ ਵੀ ਇਹ ਕਿਉਂ ਕਹੀ ਗਈ? ਮਾਇਆ ਵੀ ਸੱਚੀ ਹੈ। ਜਿੱਦਣ ਮਾਇਆ ਸੱਚੇ ਹੱਥਾਂ ਵਿੱਚ ਆ ਗਈ, ਮਾਇਆ ਮਾਇਆ ਨਹੀਂ ਰਹੀ, ਉਹ ਵੀ ਨਾਮ ਬਣ ਗਈ। ਨਾਮ ਵਿੱਚ ਪ੍ਰਭਾਵ ਇਹਨਾਂ ਨਾ ਚੇਂਜ ਕਰਦਾ, ਚੀਜ਼ਾਂ ਬਦਲ ਦੇਗਾ। ਨਾਮ ਦਾ ਅਰਥ ਇਹ ਹੈ ਕਿ ਕੱਚੋਂ ਕੰਚਨ ਭਇਓ, ਉਹ ਚੇਂਜ ਕਰੇਗਾ, ਬਦਲੇਗਾ। ਨਾਮ ਨੇ ਕੀ ਕਰਨਾ? ਲੋਕ ਕਹਿੰਦੇ ਨਾਮ ਕਿਉਂ ਜਪੀਏ? ਵੈਸੇ ਤਾਂ ਇਹ ਗੱਲ ਸਿਰਫ ਰਿਵਾਜ ਹੈ ਨਾਮ ਜਪਣਾ। ਇਹਦੇ ਅਰਥ ਕੀ ਨੇ? ਕਿਉਂ ਚਾਹੀਦਾ? ਇਹਦੀ ਲੋੜ ਕੀ ਹੈ? ਇਹ ਕੰਮ ਕੀ ਕਰਦਾ ਹੈ? ਜੇ ਕੰਮ ਨਹੀਂ ਕਰਦਾ ਫਿਰ ਠੀਕ ਤਰ੍ਹਾਂ ਜਪਿਆ ਨਹੀਂ ਗਿਆ। ਇਹ ਕੰਮ ਕਰਦਾ ਕਿ ਬੰਦੇ ਨੂੰ ਕੱਚ ਵਾਲੇ ਜੀਵਨ ਤੋਂ ਸੋਨਾ ਬਣਾ ਦਿੰਦਾ। ਕੱਚ ਇੱਕ ਵਾਰੀ ਟੁੱਟ ਗਿਆ, ਪਰਤ ਕੇ ਨਹੀਂ ਜੁੜਦਾ। ਸੋਨਾ ਟੇਢਾ ਹੋ ਗਿਆ ਫਿਰ ਸਿੱਧਾ ਹੋ ਜਾਂਦਾ ਹੈ। ਕੱਚੋਂ ਕੰਚਨ ਭਇਓ। ਜਿਸ ਸਿੱਖ ਦੇ ਮਨ ਵਿੱਚ ਨਾਮ ਆ ਗਿਆ, ਉਹ ਇਹ ਸ਼ਬਦ ਨਹੀਂ ਵਰਤੇਗਾ ਵੀ ਮੇਰਾ ਭਰੋਸਾ ਗੁਰੂ ਤੋਂ ਟੁੱਟ ਗਿਆ। ਕਿਉਂ? ਕਿਉਂਕਿ ਕੱਚ ਵਰਗਾ ਨਹੀਂ ਰਿਹਾ, ਸੋਨੇ ਵਰਗਾ ਬਣ ਗਿਆ। ਸੱਟਾਂ ਤੇ ਜ਼ਰੂਰ ਲੱਗਣੀਆਂ ਨੇ, ਸੰਸਾਰ ਵਿੱਚ ਰਹਿਣਾ, ਚੋਟਾਂ ਤੇ ਲੱਗਦੀਆਂ ਨੇ, ਸ਼ਰਧਾ ਘਟਦੀ ਹੈ ਕਈ ਵਾਰੀ। ਪਰ ਜਿਹੜਾ ਸਿੱਖ ਨਾਮ ਦੇ ਨਾਲ ਜੁੜ ਗਿਆ, ਉਹ ਸੋਨੇ ਵਰਗਾ ਬਣ ਗਿਆ। ਤੇ ਸੋਨਾ ਜੇ ਟੇਢਾ ਹੋ ਗਿਆ, ਸ਼ਰਧਾ ਘਟ ਗਈ, ਦੂਜੇ ਦਿਨ ਫਿਰ ਸਿੱਧਾ ਹੋ ਜਾਂਦਾ, ਫਿਰ ਸ਼ਰਧਾ ਬਣ ਗਈ। ਚੇਂਜ ਕਰਨ ਵਾਲੀ ਸ਼ਕਤੀ ਤਾਂ ਜਿਸ ਦੇ ਅੰਦਰ ਨਾਮ ਹੈ, ਉਹਦੇ ਵਾਸਤੇ ਸੰਸਾਰ ਦੀ ਝੂਠੀ ਚੀਜ਼ ਵੀ ਸੱਚਖੰਡ ਬਣ ਗਈ। ਸਭ ਕੁਝ ਬਦਲ ਗਿਆ, ਸਾਰਾ ਸੰਸਾਰ ਹੀ ਬਦਲ ਗਿਆ। ਕਬੀਰ ਜੀ ਪਹਿਲਾਂ ਜਿੱਥੇ ਕਹਿੰਦੇ ਨੇ ਕਿ ਚੋਵਾ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਇਹ ਸਾਰਾ ਕੁਝ ਸੜਨ ਵਾਲਾ ਹੈ, ਨਾਸ਼ਮਾਨ। ਇੱਕ ਥਾਂ ਤੇ ਉਹਨਾਂ ਨੂੰ ਕਿਸੇ ਕਿਹਾ ਵੀ ਸਾਰਾ ਕੁਝ ਚਲਾ ਜਾਏਗਾ, ਸਭ ਕੁਝ ਖਤਮ ਹੋ ਜਾਏਗਾ, ਤਾਂ ਉਹਨਾਂ ਨੇ ਉੱਥੇ ਪਰਿਭਾਸ਼ਾ ਬਦਲ ਦਿੱਤੀ ਸਾਰੀ। ਕਹਿਣ ਲੱਗੇ ਨਾ ਕਿਛ ਆਏਬੋ ਨਾ ਕਿਛ ਜਾਏਬੋ, ਰਾਮ ਕੀ ਦੁਹਾਈ। ਕੁਝ ਨਹੀਂ ਆਉਂਦਾ, ਕੁਝ ਨਹੀਂ ਜਾਂਦਾ, ਸਾਰਾ ਕੁਝ ਇੱਥੇ ਹੀ ਹੈ। ਇਹ ਸੱਚਖੰਡ ਹੀ ਹੈ। ਨਾ ਕੁਝ ਮਰਦਾ ਹੈ, ਨਾ ਕੁਝ ਜਿਉਂਦਾ ਹੈ, ਨਾ ਕੋਈ ਪੈਦਾ ਹੁੰਦਾ ਹੈ, ਨਾ ਕੋਈ ਜਾਂਦਾ ਹੈ। ਇਸ ਕਰਕੇ ਗੁਰਬਾਣੀ ਨੂੰ ਸਮਝਣਾ ਇੱਕ ਤਰਾਸਦੀ ਆ ਗਈ ਕਿ ਹਰ ਇੱਕ ਬੰਦਾ 1-2 ਮਹੀਨੇ ਵਿੱਚ ਏਡੀ ਵੱਡੀ ਵਿਦਿਆ ਨੂੰ ਕੰਟਰੋਲ ਵਿੱਚ ਲਿਆਉਣਾ ਚਾਹੁੰਦਾ, ਮੈਨੂੰ ਸਾਰਾ ਪਤਾ ਲੱਗ ਜਾਏ। ਹਾਲਾਂਕਿ ਤੁਹਾਨੂੰ ਪਤਾ ਹੈ ਕਿਸੇ ਵੀ ਵਿਸ਼ੇ ਦੇ ਇੱਕ ਹਿੱਸੇ ਨੂੰ ਸਮਝਣ ਲੱਗਿਆਂ ਵਿਦਿਆਰਥੀ ਨੂੰ 8-8 10-10 ਸਾਲ ਲੱਗਦੇ ਨੇ। ਉਹ 10 ਸਾਲ ਲਗਾਤਾਰ 8-8 ਘੰਟੇ ਰੋਜ਼ ਪੜ੍ਹਦਾ ਹੈ, ਉਹਦੇ ਉੱਤੇ ਪੂਰਾ ਸਮਾਂ ਲਾਉਂਦਾ ਹੈ, ਤੇ ਪੂਰਾ ਸਮਾਂ ਲਾਉਣ ਤੋਂ ਬਾਅਦ ਉਹਨੂੰ ਕਿਸੇ ਵੀ ਵਿਸ਼ੇ, ਭਾਵੇਂ ਇੰਜੀਨੀਅਰਿੰਗ ਹੈ, ਮੈਡੀਕਲ ਹੈ, ਤੁਸੀਂ ਵੇਖੋਗੇ ਨਾ ਇਹ ਡਾਕਟਰ ਜਿਹੜਾ ਇਕੱਲੀ ਅੱਖ ਦਾ, ਪੁੱਛੋ ਸਾਰਾ ਸਰੀਰ ਦਾ ਕਿਉਂ ਨਹੀਂ? ਉਹ ਕਹਿੰਦਾ ਜੀ ਜੇ ਸਾਰੇ ਸਰੀਰ ਦਾ ਸਿੱਖਣ ਲੱਗੇ ਸਾਰੀ ਉਮਰ ਲੱਗ ਜਾਏਗੀ। ਇਸ ਕਰਕੇ ਇੱਕ ਹਿੱਸਾ ਲਿਆ ਹੈ ਅੱਖ, ਇਹ ਕੰਨ ਦਾ ਹੈ,
ਇਹ ਸਿਰ ਦਾ ਹੈ, ਇਹ ਹੱਡੀਆਂ ਦਾ ਹੈ। ਕਿਉਂ ਇੱਕ ਇੱਕ ਹਿੱਸਾ ਲਿਆ? ਕਿਉਂਕਿ ਬੰਦੇ ਦੇ ਇਸ ਸਰੀਰ ਦੇ ਇੱਕ ਹਿੱਸੇ ਨੂੰ ਸਮਝਣ ਲਈ 20-20 ਸਾਲ ਲੱਗ ਗਏ, ਤੇ ਜਿਹੜੀ ਬਾਣੀ 500 ਸਾਲ ਤਜਰਬਾ ਕਰਕੇ ਉਚਾਰੀ ਗਈ ਏ, ਅਸੀਂ ਚਾਹੁੰਦੇ ਹਾਂ 2 ਮਹੀਨਿਆਂ ਵਿੱਚ ਸਾਨੂੰ ਸਮਝ ਆ ਜਾਏ, ਪਤਾ ਲੱਗ ਜਾਏ। ਇੱਕ ਇੱਥੇ ਨੌਜਵਾਨ ਕੋਰਸ ਕਰ ਰਿਹਾ ਕਮਰਸ ਦੇ ਉੱਤੇ, ਤੁਰਦਾ ਤੁਰਦਾ ਮੈਨੂੰ ਕਹਿੰਦਾ ਇਸ ਪੰਕਤੀ ਦੇ ਅਰਥ ਦੱਸ ਦਿਓ। ਤੁਰਦਾ ਤੁਰਦਾ ਮੈਂ ਕਿਹਾ ਵੀ ਤੂੰ ਕੋਰਸ ਕਾਹਦਾ ਕਰਨਾ? ਕਹਿੰਦਾ ਕਮਰਸ ਬਾਰੇ। ਮੈਂ ਕਿਹਾ ਵੀ ਤੁਰਦਾ ਤੁਰਦਾ ਮੈਨੂੰ ਵੀ ਸਮਝਾ ਦਿਓ ਕਿਵੇਂ ਹੁੰਦਾ ਸਾਰਾ ਕੁਝ। ਕਹਿਣ ਲੱਗੇ ਨਾ ਜੀ ਇਸ ਤਰ੍ਹਾਂ ਨਹੀਂ, 8 ਸਾਲ ਲੱਗਣਗੇ, ਜਾਣਾ ਪਏਗਾ, ਬਹਿਣਾ ਪਏਗਾ, ਅੱਖਾਂ ਥੱਕ ਜਾਣਗੀਆਂ ਪੜ੍ਹ ਪੜ੍ਹ ਕੇ। ਮੈਂ ਕਿਹਾ ਤੇ ਝੂਠੀ ਪੜ੍ਹਾਈ ਤੇ 8-10 ਸਾਲ ਲੱਗਣਗੇ, ਉਹ ਤੇ ਸੱਚ ਕੀ ਬਾਣੀ ਦੀ ਤੂੰ ਗੱਲ ਕਰ ਰਿਹਾ, ਉਹ ਕਿਵੇਂ ਸਮਝ ਵਿੱਚ ਆ ਜਾਏਗੀ? ਨਾਲੇ ਤੁਰਦਿਆਂ ਤੁਰਦਿਆਂ, ਨਾਲੇ ਚਾਹ ਪੀ ਰਿਹਾ, ਨਾਲੇ ਅਰਥ ਸਮਝਾ ਦਿਓ, ਕਿਵੇਂ ਹੋਏਗਾ? ਇਸ ਤਰ੍ਹਾਂ ਨਹੀਂ ਹੁੰਦਾ। ਕਬੀਰ ਜੀ ਨੂੰ ਤਾਂ ਹੀ ਕਹਿਣਾ ਪਿਆ ਸੀ ਵੀ ਲੋਗਣ ਰਾਮ ਖਿਲਾਉਣਾ ਜਾਣਾ, ਧਰਮ ਵਿੱਚ ਤਰਾਸਦੀ ਆਇਓ ਹੀ ਤਾਂ ਹੈ। ਇਹਦੇ ਉੱਤੇ ਬੋਲਣ ਵਾਲਿਆਂ ਨੇ ਸਮਾਂ ਹੀ ਕੁਝ ਨਹੀਂ ਲਾਇਆ, ਇਹਨੂੰ ਸਮਝ ਹੀ ਬਿਲਕੁਲ ਛੋਟਾ ਹੈ। ਇਸ ਕਰਕੇ ਹਰ ਇੱਕ ਧਰਮ ਦੇ ਅਰਥ ਜਿਹੜੇ ਪੈਗੰਬਰ ਕਹਿ ਕੇ ਜਾਂਦੇ ਨੇ, ਵਿਆਖਿਆ ਕਰਨ ਵਾਲੇ ਉਹਨੂੰ ਗਲਤ ਕਰ ਦਿੰਦੇ। ਤਕਰੀਬਨ 90% ਗਲਤ ਹੁੰਦੀ ਹੈ। ਜਿੰਨੇ ਧਾਰਮਿਕ ਅਵਤਾਰ ਹੋਏ ਨੇ, ਔਰ ਜੇ ਮੈਂ ਗਲਤ ਨਾ ਕਹਾਂ ਤੇ ਗੁਰੂ ਸਾਹਿਬ ਨੇ ਜੋ ਕੁਝ ਬਾਣੀ ਵਿੱਚ ਲਿਖਿਆ ਹੈ, ਤੇ ਮੈਂ ਇਹ ਤੇ ਨਾ ਦਾਅਵਾ ਕਰਾਂ ਵੀ ਮੈਂ ਬਿਲਕੁਲ ਠੀਕ ਕਿਹਾ ਤੇ ਦੂਜਿਆਂ ਨੇ ਨਹੀਂ, ਪਰ ਮੈਨੂੰ ਇੰਜ ਲੱਗਦਾ ਹੈ 80% ਅਸੀਂ ਵੀ ਗਲਤੀ ਕਿਹਾ ਹੈ। ਕੋਈ ਹੋਵੇਗਾ ਵਿੱਚੋਂ 20% ਜਿਹਨੇ ਕੋਈ ਸਮਾਂ ਲਾਇਆ ਹੋਵੇਗਾ, ਕੋਈ ਵਕਤ ਲਾਇਆ ਹੋਵੇਗਾ, ਨਹੀਂ ਤਾਂ ਇਹਨੂੰ ਕਬੀਰ ਸਾਹਿਬ ਕਹਿੰਦੇ ਲੋਗਣ ਰਾਮ ਖਿਲਾਉਣਾ ਜਾਣਾ, ਇਹਨੂੰ ਖਿਡਾਉਣਾ ਸਮਝ ਲਿਆ ਵੀ ਤੁਰਦੇ ਤੁਰਦੇ ਸਮਝ ਲਓ ਇਹਨੂੰ ਧਰਮ ਨੂੰ। ਇਸ ਕਰਕੇ ਧਰਮ ਦੁਨੀਆ ਦੀ ਸਭ ਤੋਂ ਸੁਪਰ ਪਾਵਰ ਹੈ, ਇਸ ਧਰਤੀ ਦੀ ਵੀ, ਪਰਲੋਕ ਦੀ ਨਹੀਂ ਇਕੱਲੀ, ਵੱਡੀ ਸ਼ਕਤੀ ਹੈ। ਧਰਮ ਸਭ ਤੋਂ ਵੱਡਾ ਰਸ ਹੈ ਇਸ ਧਰਤੀ ਦਾ, ਪਰ ਇਹਨੂੰ ਭ੍ਰਸ਼ਟ ਜਾਂ ਕਹਿ ਲਈਏ ਜਾਂ ਇਸ ਨੂੰ ਬਦਨਾਮ ਕਰ ਦਿੱਤਾ ਲੋਕਾਂ ਨੇ। ਇਹਦੇ ਉੱਤੇ ਸਮਾਂ ਹੀ ਕੋਈ ਨਹੀਂ ਲਾਇਆ, ਸਮਾਂ ਦਿੱਤਾ ਹੀ ਨਹੀਂ ਹੈ, ਵਕਤ ਹੀ ਨਹੀਂ ਲਾਇਆ। ਤੇ ਜਿਨ੍ਹਾਂ ਨੇ ਵਕਤ ਲਾਇਆ ਹੈ ਉਹਨਾਂ ਨੇ ਗਲਤ ਲਾਇਆ ਹੈ। ਉਹਨਾਂ ਦਾ ਤਰੀਕਾ ਬੜੀਆਂ ਚੀਜ਼ਾਂ ਨੇ। ਹੁਣ ਤੁਸੀਂ ਕੋਰਸ ਵੀ ਕਰ ਲਓ ਤੇ ਪੜ੍ਹਾਉਣ ਵਾਲਾ ਹੀ ਕੋਈ ਉਹ ਪਹਿਲਾਂ ਆਪ ਨਹੀਂ ਪੜ੍ਹਿਆ ਹੋਇਆ ਤੇ ਕੀ ਕਰੇਗਾ? ਤਾਂ ਇਸ ਤਰ੍ਹਾਂ ਇਹ ਚੀਜ਼ਾਂ ਗਲਤ ਹੋ ਜਾਂਦੀਆਂ, ਗਲਤ ਰਾਹਾਂ 'ਤੇ ਤੁਰ ਪੈਂਦੀਆਂ ਨੇ। ਸਾਰੀ ਧਰਮ ਦੀ ਜਿਹੜੀ ਸਿੱਖਿਆ ਹੈ ਉਹਦੇ ਅਰਥ ਬਦਲ ਜਾਂਦੇ, ਤਬਦੀਲ ਹੋ ਜਾਂਦੇ ਨੇ। ਤਾਂ ਅੱਜ ਦਾ ਜਿਹੜਾ ਵਿਸ਼ਾ ਹੈ, ਜਿਹਦੇ ਵਿੱਚ ਸਤਿਗੁਰੂ ਨੇ ਕਿਹਾ, ਬਾਬਾ ਫਰੀਦ ਜੀ ਕਹਿੰਦੇ ਹੱਥ ਨਾ ਲਾਏ ਕਸੁੰਭੜਾ, ਕਸੁੰਭੇ ਦਾ ਫੁੱਲ ਅੱਗ ਦੇ ਬਲਦੇ ਹੋਏ ਕੋਲੇ ਵਰਗਾ ਹੈ, ਉਹਨੂੰ ਜੇ ਲੈ ਕੇ ਜਾਣਾ ਹੀ ਪਦਾਰਥ ਜਿਹੜਾ ਹੈ ਅੱਗ ਵਰਗਾ ਹੈ, ਤਾਂ ਉਸ ਅੱਗ ਨੂੰ ਉੱਥੇ ਰੱਖ ਜਿੱਥੇ ਉਹਦੀ ਲੋੜ ਹੈ, ਚੁੱਲ੍ਹ ਵਿੱਚ ਰੱਖ ਉਹਨੂੰ, ਨਹੀਂ ਤੇ ਸਾੜ ਕੇ ਸੁਆਹ ਕਰ ਦੇਗੀ, ਜ਼ਿੰਦਗੀ ਬਰਬਾਦ ਕਰ ਦੇਗੀ। ਤਾਂ ਭੁਗਤ ਕੀ ਹੈ? 3 ਚੀਜ਼ਾਂ ਮੈਂ ਬੇਨਤੀ ਕਰ ਰਿਹਾ ਸਾਂ। ਭੁਗਤ ਦੇ ਅਰਥ ਨੇ ਪਦਾਰਥ। ਗੁਰੂ ਕੋਲੋਂ ਇਹ ਚੀਜ਼ਾਂ 3 ਮਿਲਦੀਆਂ ਨੇ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਗੁਰੂ ਦੀ ਸੇਵਾ ਵਿੱਚੋਂ 3 ਇਕੱਠੀਆਂ ਮਿਲਦੀਆਂ ਨੇ। ਵੈਸੇ ਪਹਿਲੀ ਜਿਹੜੀ ਭੁਗਤ ਹੈ ਨਾ, ਉਹ ਤਾਂ ਸਾਰਿਆਂ ਨੂੰ ਮਿਲਦੀ, ਭਾਵੇਂ ਕੋਈ ਗੁਰੂ ਕੋਲ ਆਵੇ ਭਾਵੇਂ ਨਾ ਆਵੇ। ਮੈਂ ਇੱਕ ਵਾਰੀ ਇਹ ਵਿਆਖਿਆ ਵੀ ਕੀਤੀ ਸੀ, ਤੇ ਬੜੇ ਵੱਡੇ ਸ਼ਹਿਰ ਦੇ ਪਤਵੰਤੇ ਸੱਜਣ ਉੱਥੇ ਬੈਠੇ, ਉਹਨਾਂ ਵਿੱਚ ਥੋੜ੍ਹੇ ਜਿਹੇ ਰਾਜਨੀਤਿਕ ਵੀ ਸਨ, ਤੇ ਉਹਨਾਂ ਨੇ ਵੀ ਕੋਈ 1-2 ਚੈਪਟਰ ਪੜ੍ਹਿਆ ਸੀ ਧਰਮ ਦਾ, ਤੇ ਮਨ ਵਿੱਚ ਦਾਅਵਾ ਸੀ ਵੀ ਮੈਨੂੰ ਧਰਮ ਬਾਰੇ ਜਾਣਕਾਰੀ। ਮੈਂ ਬੋਲ ਦਿੱਤਾ ਵੀ ਪਦਾਰਥ ਤੇ ਉਹਨਾਂ ਨੂੰ ਵੀ ਮਿਲ ਜਾਂਦੇ ਨੇ ਜਿਹੜੇ ਗੁਰੂ ਕੋਲ ਨਹੀਂ ਆਉਂਦੇ, ਮਾਇਆ ਉਹਨਾਂ ਕੋਲ ਵੀ ਆ ਜਾਂਦੀ। ਫਿਰ ਗੁਰੂ ਨੇ ਇਹ ਕਿਉਂ ਕਿਹਾ ਸਿੱਖ ਨੂੰ ਵੀ ਮਾਇਆ ਗੁਰੂ ਕੋਲੋਂ ਹੀ ਮੰਗ? ਇਹ ਕਿਉਂ ਕਿਹਾ? ਕਿਉਂਕਿ ਜੇ ਸਿੱਧੀ ਮਾਇਆ ਤਾਂ ਹਰ ਇੱਕ ਨੂੰ ਮਿਲੇਗੀ, ਉਹਦੀ ਪ੍ਰਾਲਬੱਧ ਦੇ ਵਿੱਚ ਹੈ। ਭੁਗਤ ਤੇ ਲਿਖ ਕੇ ਘੱਲੀ ਰੱਬ ਨੇ, ਜਿਹੜਾ ਸਰੀਰ ਇੱਥੇ ਭੇਜਿਆ ਹੈ ਉਹਦੀ ਪ੍ਰਾਲਬੱਧ ਤੇ ਨਾਲ ਬੰਨ੍ਹ ਕੇ ਦਿੱਤੀ ਵੀ ਇਹਨੂੰ ਇਹ ਪਦਾਰਥ ਮਿਲਣੇ ਨੇ। ਫਿਰ ਗੁਰੂ ਸਾਹਿਬ ਨੇ ਇਹ ਕਿਉਂ ਕਿਹਾ ਵੀ ਗੁਰੂ ਕੋਲੋਂ ਪਦਾਰਥ ਮੰਗ ਲੈ? ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇ। ਜੇ ਪਹਿਲਾਂ ਹੀ ਮਿਲ ਗਏ ਨੇ ਤਾਂ ਵੀ ਮੰਗ ਇੱਕ ਵਾਰੀ ਗੁਰੂ ਕੋਲੋਂ ਮੰਗ। ਉਹ ਮੰਗਣ ਦਾ ਮਤਲਬ ਕੀ ਹੈ ਕਿ ਜੇ ਗੁਰੂ ਕੋਲੋਂ ਮੰਗ ਕੇ ਜਾਏਗਾ ਤੇ ਗੁਰੂ ਤੈਨੂੰ ਇਹ ਵੀ ਦੱਸੇਗਾ ਇਹਦੀ ਵਰਤੋਂ ਕਿਵੇਂ ਕਰਨੀ ਹੈ। ਜੇ ਤੂੰ ਸਿੱਧਾ ਲਏਗਾ ਤੇ ਤੈਨੂੰ ਵਰਤੋਂ ਕਰਨ ਦੀ ਜਾਚ ਨਹੀਂ ਆਏਗੀ।
ਤਾਂ ਮੰਗਣਾ ਗੁਰੂ ਕੋਲੋਂ ਜ਼ਰੂਰ। ਸੰਸਾਰ ਦਾ ਪਦਾਰਥ ਔਰ ਕੱਲਾ ਨਹੀਂ ਮੰਗਣਾ, ਭੁਗਤ ਮੰਗਣੀ ਹੈ ਤੇ ਜੁਗਤ ਵੀ ਮੰਗਣੀ ਹੈ। ਜੇ ਜੁਗਤ ਨਾ ਮੰਗੀ ਤੇ ਭੁਗਤ ਦੇ ਵਿੱਚ ਬੰਦਾ ਫਸ ਜਾਏਗਾ, ਚੰਬੜ ਜਾਏਗਾ। ਉਹਨੂੰ ਭੁਗਤ ਦੇ ਅਰਥ ਨੇ ਪਦਾਰਥ। ਗੁਰੂ ਕੋਲੋਂ ਜੁਗਤ ਮੰਗਣੀ ਜ਼ਰੂਰੀ ਹੈ, ਬਹੁਤ ਜ਼ਰੂਰਤ ਹੈ, ਉਹਦੀ ਲੋੜ ਹੈ। ਉਹਦੇ ਤੋਂ ਬਿਨਾਂ ਜੀਵਨ ਕਿਸੇ ਕੰਮ ਦਾ ਨਹੀਂ। ਤਾਂ ਹੀ ਬਚਨ ਕੀਤਾ ਹਜ਼ੂਰ ਨੇ, ਕਹਿੰਦੇ 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। 4 ਪਦਾਰਥ ਮੰਗ, ਇਕੱਠੇ ਮੰਗ। ਇਹ 4 ਪਦਾਰਥ ਵਿਦਵਾਨਾਂ ਨੇ ਗਿਣੇ, ਧਰਮ, ਅਰਥ, ਕਾਮ ਤੇ ਮੋਕਸ਼। 4 ਕਹੇ, ਇੱਕ ਨਹੀਂ ਕਿਹਾ ਇੱਥੇ। ਇਹ ਬੜਾ ਵੱਡਾ ਸਵਾਲ ਹੈ। 4 ਪਦਾਰਥ ਕਹੇ ਨੇ। ਕਬੀਰ ਜੀ ਨੇ ਇੱਕ ਥਾਂ ਤੇ ਹੋਰ ਕਿਹਾ, ਕਹੈ ਕਬੀਰ ਤੁਮ ਸਮਰੱਥ ਦਾਤੇ 4 ਪਦਾਰਥ ਦੇਤ ਨਾ ਬਾਰ। ਪਰ ਆਮ ਤੌਰ ਤੇ ਬੰਦਾ 4 ਵਿੱਚੋਂ ਸਿਰਫ ਇੱਕ ਮੰਗਦਾ ਹੈ, ਉਹਦੀ ਆਦਤ ਹੈ। 4 ਪਦਾਰਥ ਗਿਣੇ ਨੇ, ਧਰਮ, ਅਰਥ, ਕਾਮ ਤੇ ਮੋਕਸ਼। ਸੰਸਾਰੀ ਮੰਗਦਾ ਇਹਦੇ ਵਿੱਚੋਂ ਸਿਰਫ ਕਾਮ। ਨਾ ਉਹ ਧਰਮ ਮੰਗਦਾ ਹੈ, ਨਾ ਉਹ ਅਰਥ ਮੰਗਦਾ ਹੈ, ਤੇ ਨਾ ਉਹ ਮੋਖ ਮੰਗਦਾ ਹੈ। ਇਹ ਤਿੰਨੇ ਨਾਲ ਉਹਦਾ ਕੋਈ ਸੰਬੰਧ ਨਹੀਂ। ਤੇ ਕੱਲਾ ਮੰਗਦਾ ਵਿੱਚੋਂ ਜਾ ਕੇ। ਕਾਮ ਕੀ ਹੈ? ਕਾਮ ਦੇ ਅਰਥ ਨੇ ਕਾਮਨਾ। ਕਾਮਨਾ ਦੇ ਅਰਥ ਨੇ ਕਾਮਨਾ ਪੂਰੀ ਕਰਨ ਦੀ ਅਰਦਾਸ ਕਰਦਾ ਹੈ। ਇੱਛਾ ਪੂਰੀ ਕਰਨੀ ਮੇਰੀ, ਮੈਨੂੰ ਇਹ ਚਾਹੀਦਾ, ਮੇਰੀ ਇੱਛਾ ਹੈ, ਪੂਰੀ ਕਰ ਦਿਓ। ਕੱਲੀ ਕਾਮਨਾ ਪੂਰੀ ਕਰਾਉਣੀ ਚਾਹੁੰਦਾ ਹੈ। ਮੇਰੀ ਕਾਮਨਾ ਹੈ, ਮੇਰੀ ਇੱਛਾ ਹੈ, ਮੇਰੀ ਲੋੜ ਹੈ, ਮੇਰੀ ਜ਼ਰੂਰਤ ਹੈ, ਤੁਸੀਂ ਪੂਰੀ ਕਰ ਦਿਓ। ਸਤਿਗੁਰੂ ਨੇ ਕਿਹਾ, ਉਹ ਭਲਿਆ ਕਾਮਨਾ ਫਿਰ ਪੂਰੀ ਕਰਾਈ, ਪਹਿਲਾਂ ਧਰਮ ਮੰਗ ਪਹਿਲੇ ਨੰਬਰ 'ਤੇ। ਧਰਮ, ਧਰਮ ਦੇ ਅਰਥ ਨੇ ਨਿਯਮ, ਧਰਮ ਦੇ ਅਰਥ ਨੇ ਜੁਗਤ, ਤੇ ਕਾਮਨਾ ਦੇ ਅਰਥ ਨੇ ਭੁਗਤ, ਤੇ ਮੋਖ ਦੇ ਅਰਥ ਨੇ ਮੁਕਤੀ। ਪਹਿਲਾਂ ਮੰਗ ਗੁਰੂ ਕੋਲੋਂ ਧਰਮ। ਧਰਮ ਕੀ ਹੈ? ਗੁਰੂ ਦੀ ਮੱਤ ਧਾਰਨ ਕਰ ਲੈਣੀ, ਗੁਰੂ ਦੇ ਦੱਸੇ ਮਾਰਗ ਤੇ ਤੁਰਨਾ। ਫਿਰ ਕਹਿੰਦੇ ਜਿਹੜਾ ਬੰਦਾ ਧਰਮ ਨੂੰ ਪੂਰੀ ਤਰ੍ਹਾਂ ਕਮਾ ਲੈਂਦਾ ਹੈ ਨਾ, ਉਹਦੀ ਝੋਲੀ ਵਿੱਚ ਦੂਜੀ ਦਾਤ ਪੈਂਦੀ, ਉਹਨੂੰ ਕਹਿੰਦੇ ਅਰਥ। ਅਰਥ ਕੀ ਹੋ ਸਕਦਾ ਹੈ? ਜੇ ਇਹਨੂੰ ਅੰਗਰੇਜ਼ੀ ਵਿੱਚ ਪੜ੍ਹੋ ਤੇ ਅਰਥ ਦੇ ਅਰਥ ਨੇ ਧਰਤੀ, ਜ਼ਮੀਨ। ਇੱਕ ਇਹਨੂੰ ਵੀ ਅਰਥ ਕਹਿੰਦੇ ਨੇ, ਜਿਹੜਾ ਲਾਈਟ ਦੇ ਵਿੱਚ ਇੱਕ ਗਰਮ ਤਾਰ ਲੱਗਦੀ ਤੇ ਇੱਕ ਅਰਥ ਵਾਲੀ ਜ਼ਮੀਨ ਵਿੱਚੋਂ ਆਉਂਦੀ, ਉਹਨੂੰ ਵੀ ਅਰਥ ਕਹਿੰਦੇ। ਪਰ ਇੱਥੇ ਅਰਥ ਦਾ ਭਾਵ ਕੀ ਹੋਵੇਗਾ? ਕਿਹਨੂੰ ਕਿਹਾ ਗਿਆ? ਇੱਥੇ ਅਰਥ ਦੇ ਭਾਵ ਨੇ ਉੱਤਰ, ਸਵਾਲ ਦਾ ਜਵਾਬ। ਅਰਥ ਜਿਵੇਂ ਆਪਾਂ ਕਹਿੰਦੇ ਨਾ, ਇਹ ਸਵਾਲ ਹੈ, ਇਹ ਇਹਦਾ ਅਰਥ ਹੈ। ਜਿਵੇਂ ਆਪਾਂ ਕਹਿੰਦੇ ਹਾਂ ਗੁਰਬਾਣੀ ਦੀ ਤੁਕ ਹੈ, ਇਹ ਗੁਰਬਾਣੀ ਦੀ ਤੁਕ ਦੇ ਅਰਥ ਲਿਖੇ ਹੋਏ ਨੇ ਇੱਧਰ, ਵੀ ਕੀ ਕਿਹਾ ਗਿਆ। ਬੁਝਾਰਤ ਲਿਖੀ ਹੋਈ, ਉਹਨੂੰ ਕਹਿੰਦੇ ਅਰਥ। ਦੂਸਰਾ ਪਦਾਰਥ ਅਰਥ ਹੈ। ਸਤਿਗੁਰੂ ਨੇ ਕਿਹਾ, ਪਰਮਾਤਮਾ ਨੇ ਤੈਨੂੰ ਜਨਮ ਦਿੱਤਾ ਹੈ, ਤੇ ਜਨਮ ਦੇ ਕੇ ਤੇਰੇ ਜੀਵਨ ਵਿੱਚ ਇੱਕ ਸਵਾਲ ਲਿਖ ਦਿੱਤਾ ਵੀ ਤੂੰ ਕੀ ਕਰਨ ਆਇਆ, ਇਹਦਾ ਹੱਲ ਕਰ, ਸਵਾਲ ਕੱਢ, ਇਹਦਾ ਅਰਥ ਕੱਢ ਕੀ ਹੈ, ਤੂੰ ਕੀ ਕਰਨ ਆਇਆ ਇੱਥੇ। ਜਿੱਦਣ ਉਹਨੇ ਪੈਦਾ ਕੀਤਾ, ਇਹ ਪੰਕਤੀ ਅੰਦਰ ਲਿਖ ਦਿੱਤੀ ਹੈ, ਤੂੰ ਇਸ ਸਵਾਲ ਦਾ ਹੱਲ ਕਰਨਾ ਹੈ ਸਰੀਰ ਵਿੱਚ ਰਹਿ ਕੇ। ਗੁਰੂ ਤੋਂ ਪੁੱਛ ਕੇ ਪੜ੍ਹਨਾ ਪਏਗਾ, ਗੁਰੂ ਚਾਹੀਦਾ ਤੈਨੂੰ। ਤੂੰ ਆਪਣੇ ਇਸ ਸਵਾਲ ਦਾ ਹੱਲ ਕੱਢ ਕੇ ਮਰਨ ਤੋਂ ਪਹਿਲਾਂ ਪਹਿਲਾਂ ਲਿਖ ਕੇ ਮੈਨੂੰ ਵਿਖਾਉਣਾ ਹੈ, ਪਾਸ ਕਰ ਦਿਆਂਗਾ ਤੈਨੂੰ, ਮਾਨਸ ਤੋਂ ਦੇਵਤਾ ਬਣਾ ਦੇਵਾਂ। ਜੇ ਤੇਰੇ ਤੋਂ ਇਹ ਸਵਾਲ ਹੱਲ ਨਾ ਹੋਇਆ, ਫਿਰ ਤੂੰ ਫੇਲ ਹੈ। ਜਾ ਫਿਰ ਉਸੇ ਕਲਾਸ ਵਿੱਚ, ਫਿਰ ਉਹਦੇ ਵਿੱਚ ਪੜ੍ਹ, ਪਰਤ ਕੇ ਜਨਮ ਲੈਣਾ ਪਏਗਾ। ਜਨਮ ਤਾਂ ਹੁੰਦਾ ਵਾਰ-ਵਾਰ। ਜਿਵੇਂ ਇੱਕ ਬੱਚਾ ਫੇਲ ਹੋ ਜਾਂਦਾ, ਕਹਿੰਦੇ ਵਾਪਸ ਜਾਓ ਉਸੇ ਕਲਾਸ ਵਿੱਚ, ਫਿਰ ਪੜ੍ਹੋ 1 ਸਾਲ। ਅਰਥ ਦਾ ਭਾਵ ਕੀ ਹੈ? ਜ਼ਿੰਦਗੀ ਕਾਹਦੇ ਵਾਸਤੇ ਮਿਲੀ, ਇਹਨੂੰ ਲੱਭਣਾ। ਤੇ ਜਿੰਨੇ ਧਰਮ ਕਮਾਇਆ, ਉਹਨੂੰ ਸਮਝ ਆ ਗਿਆ ਅਰਥ ਕੀ ਹੈ। ਸਿੱਧਾ ਅਰਥ ਲੱਭ ਜਾਂਦਾ। ਸਾਨੂੰ ਵੀ ਪਤਾ, ਹੁਣ ਮੈਂ ਇੱਥੇ ਕਹਿ ਦਿਆਂਗਾ ਅਰਥ ਕੀ ਜ਼ਿੰਦਗੀ ਦਾ। ਮੈਂ ਕਿਤਾਬ ਵਿੱਚੋਂ ਪੜ੍ਹ ਕੇ ਆਇਆ, ਉੱਥੇ ਲਿਖਿਆ ਹੋਇਆ ਜ਼ਿੰਦਗੀ ਦਾ ਅਰਥ ਹੈ ਨਾਮ ਜਪੋ। ਮੈਂ ਬੋਲ ਦਿਆਂਗਾ, ਤੁਸੀਂ ਕਹੇ ਸਾਨੂੰ ਵੀ ਪਤਾ ਲੱਗ। ਪਰ ਇਹ ਅਰਥ ਪਤਾ ਕੀ ਹੈ? ਇਹ ਅਰਥ ਹੈ ਵੀ ਇੱਕ ਗਾਈਡ ਹੁੰਦੀ ਹੈ, ਤੁਸੀਂ ਪੜ੍ਹੇ ਹੋਵੋਗੇ, MBD ਗਾਈਡ, ਜਾਂ ਮੈਥ ਦੀ ਕਿਤਾਬ ਹੁੰਦੀ ਹੈ, ਉਹਦੇ ਅੱਗੇ ਲੈਸਨ ਹੁੰਦੇ ਨੇ, ਤੇ ਲੈਸਨ ਜਿਹੜੇ ਲਿਖੇ ਹੁੰਦੇ ਨੇ, ਜਵਾਬ ਉੱਥੇ ਨਹੀਂ ਲਿਖੇ ਹੁੰਦੇ।
ਉਸ ਕਿਤਾਬ ਦੇ, ਉਸ ਮੈਥ ਦੀ ਕਿਤਾਬ ਦੇ ਅਖੀਰ ਤੇ ਜਾ ਕੇ ਉੱਤਰ ਮਾਲਾ ਦਿੱਤੀ ਹੁੰਦੀ ਹੈ, ਜਿੱਥੇ ਸਾਰੇ ਸਵਾਲਾਂ ਦੇ ਜਵਾਬ ਲਿਖੇ ਹੁੰਦੇ ਵੀ ਆਹ ਜਿਹੜਾ ਸਵਾਲ ਦਿੱਤਾ ਹੈ ਇਹਦਾ ਅੰਸਵਰ ਇਹ ਹੈ, ਇਹਦਾ ਉੱਤਰ ਇਹ ਹੈ, ਇਹਦਾ ਅਰਥ ਇਹ ਹੈ, ਅਖੀਰ ਤੇ ਦਿੱਤੇ ਹੁੰਦੇ ਨੇ। ਤੇ ਕਈ ਵਿਦਿਆਰਥੀ ਮੈਂ ਵੇਖੇ ਮੇਰੇ ਨਾਲ ਪੜ੍ਹਦੇ ਸਨ, ਕਦੀ ਕਦੀ ਮੈਂ ਵੀ ਨਾਲ ਰਲਿਆ ਉਹਨਾਂ ਦੇ, ਵੀ ਸਵਾਲ ਤੇ ਆਉਂਦਾ ਨਹੀਂ ਸੀ, ਪ੍ਰੋਸੀਜਰ ਤੇ ਆਉਂਦਾ ਨਹੀਂ ਸੀ ਵੀ ਵਿੱਚੋਂ ਕਿਵੇਂ ਕੱਢਣਾ, ਤਾਂ ਅੱਗੇ ਰਕਮ ਲਿਖੀ, ਵਿੱਚ ਇੱਧਰ ਉੱਧਰ ਦੀਆਂ ਮਾਰੀਆਂ, ਪਿੱਛੋਂ ਉੱਤਰ ਵੇਖਿਆ ਤੇ ਜੜ ਦਿੱਤਾ, ਜਾ ਕੇ ਟੀਚਰ ਦੇ ਅੱਗੇ ਰੱਖ ਦਿੱਤਾ। ਉਹਨੇ ਕਿਹਾ ਜੀ ਗਲਤ, ਤਾਂ ਅਸੀਂ ਕਿਹਾ ਜੀ ਉੱਤਰ ਵੇਖੋ, ਕਹਿੰਦੇ ਉੱਤਰ ਨਾਲ ਇਸ ਤਰ੍ਹਾਂ ਠੀਕ ਨਹੀਂ ਹੁੰਦਾ, ਤੇ ਨਕਲੀ ਹੈ, ਤੁਸੀਂ ਪਿੱਛੋਂ ਉੱਤਰ ਵੇਖ ਕੇ ਸਿਰਫ ਪੇਜ ਪੂਰਾ ਕਰ ਦਿੱਤਾ। ਤਾਂ ਬੰਦਾ ਪੇਜ ਹੀ ਪੂਰਾ ਕਰਦਾ ਹੈ, ਉਹ ਕਹਿੰਦਾ ਮੈਂ ਵੀ ਧਾਰਮਿਕ ਬਣ ਗਿਆ, ਪੇਜ ਭਰ ਦਿੱਤਾ ਜੀ, ਆਹ ਕਰਾਇਆ ਜੀ, ਉਹ ਕਰਾਇਆ, ਆਹ ਦਿੱਤਾ, ਗਏ ਸੀ ਸਾਰੀ ਯਾਤਰਾ ਕਰ ਰਹੇ ਹਾਂ, ਬਸ ਪਿੱਛੇ ਲਿਖ ਦਿੱਤਾ ਉੱਤਰ, ਬਣ ਗਿਆ ਸਿੱਖ। ਇਹ ਪਤਾ ਉਦੋਂ ਲੱਗਣਾ ਜਿੱਦਣ ਪ੍ਰੋਸੀਜਰ ਫੋਲਿਆ ਗੁਰੂ ਨੇ ਵੀ ਵਿੱਚ ਕੀ ਹੈ। ਸਵਾਲ ਵੀ ਠੀਕ ਹੈ ਤੇ ਉੱਤਰ ਵੀ ਠੀਕ ਹੈ, ਪਰ ਜਿਹੜਾ ਤੂੰ ਵਿੱਚ ਕੀਤਾ ਉਹ ਕਿੱਧਰ ਗਿਆ, ਉਹਦਾ ਜਵਾਬ ਦੇ ਮੈਨੂੰ। ਸਵਾਲ ਦਾ ਜਿੰਨਾ ਚਿਰ ਪ੍ਰੋਸੀਜਰ ਠੀਕ ਨਾ ਹੋਵੇਗਾ, ਵਿਚਲਾ ਹਿੱਸਾ ਇਹਦੇ ਵਿੱਚ ਸਵਾਲ ਨੂੰ ਹੱਲ ਕੀਤਾ ਗਿਆ, ਜ਼ਿੰਦਗੀ ਦੀ ਸ਼ੁਰੂਆਤ ਹੈ ਸਵਾਲ ਦੇ ਨਾਲ। ਜਿੰਨਾ ਚਿਰ ਹੁਣ ਸਵਾਲ ਚੋਰੀ ਕਰਕੇ ਲਿਖਿਆ ਗਿਆ, ਜਿਵੇਂ ਅਸੀਂ ਕਹਿ ਦਿੰਦੇ ਹਾਂ ਸਾਨੂੰ ਪਤਾ ਲੱਗ ਗਿਆ ਜੀ ਸਾਰੇ ਧਰਮ, ਬੜੇ ਸੱਜਣ ਆਉਂਦੇ ਕਹਿੰਦੇ ਗਿਆਨ ਤਾਂ ਹੈ ਬਹੁਤ, ਬੜਾ ਗਿਆਨ, ਕਾਹਦਾ ਗਿਆਨ ਹੈ, ਆ ਤੁਕਾਂ ਆਉਂਦੀਆਂ ਨੇ ਸਾਰੀਆਂ, ਪਤਾ ਕੀ ਕਰਨਾ ਚਾਹੀਦਾ, ਨਕਲ ਮਾਰ ਕੇ ਉੱਤਰ ਲਿਖਿਆ ਹੈ, ਵਿੱਚੋਂ ਕੱਢੋ ਇਸ ਨੂੰ, ਸਵਾਲ ਦਾ ਜਵਾਬ ਕੀ ਨਿਕਲਦਾ ਹੈ, ਪ੍ਰੈਕਟੀਕਲ ਕਰਕੇ ਵੇਖੀਏ ਵਿੱਚੋਂ ਕੀ ਨਿਕਲਦਾ ਹੈ। ਇਸ ਤਰ੍ਹਾਂ ਤੇ ਸਾਰੇ ਪਾਸ ਹੋ ਗਏ, ਸਾਰਾ ਕੁਝ ਪ੍ਰਾਈਵੇਟ ਹੈ ਸਿਸਟਮ ਜਿਹੜਾ, ਤਾਂ ਉਹ ਠੀਕ ਨਹੀਂ ਨਿਕਲੇਗਾ। ਪਰਮਾਤਮਾ ਵਿਚਲੇ ਜੀਵਨ ਨੂੰ ਫੋਲਦਾ ਹੈ, ਸਵਾਲ ਤੇ ਉਹਨੇ ਹੀ ਪਾਇਆ ਸੀ, ਉਹ ਤਾਂ ਠੀਕ ਹੀ ਹੋਣਾ, ਤੇ ਉੱਤਰ ਵੀ ਉਹਨੇ ਹੀ ਲਿਖਿਆ ਸੀ, ਉਹ ਵੀ ਠੀਕ ਹੈ, ਪਰ ਸਾਡਾ ਤੇ ਕੋਈ ਨਾ ਠੀਕ ਨਿਕਲਿਆ, ਜਿਹੜਾ ਵਿੱਚ ਅਸੀਂ ਕੀਤਾ ਹੈ ਉਹ ਤੇ ਸਾਰਾ ਹੀ ਗਲਤ। ਤਾਂ ਧਰਮ ਪਹਿਲਾ ਪਦਾਰਥ ਹੈ ਤੇ ਅਰਥ ਦੂਜਾ ਹੈ। ਜਿਨ੍ਹਾਂ ਨੇ ਧਰਮ ਨੂੰ ਪੂਰਾ ਕਮਾਇਆ ਜੀਵਨ ਵਿੱਚ, ਉਹਨਾਂ ਨੂੰ ਅਰਥ ਮਿਲ ਗਿਆ, ਉਹਨਾਂ ਦਾ ਸਵਾਲ ਠੀਕ ਨਿਕਲ ਆਇਆ, ਨੰਬਰ ਮਿਲ ਗਏ, ਪਾਸ ਹੋ ਗਿਆ ਜ਼ਿੰਦਗੀ ਵਿੱਚ, ਸਫਲ ਹੋ ਗਏ। ਤਾਂ ਦੂਸਰਾ ਪਦਾਰਥ ਹੈ ਅਰਥ, ਜ਼ਿੰਦਗੀ ਦਾ ਅਰਥ, ਭਾਵ ਪਤਾ ਲੱਗ ਜਾਣਾ ਵੀ ਅਸੀਂ ਕਿਉਂ ਹਾਂ, ਕਾਹਦੇ ਵਾਸਤੇ ਹਾਂ। ਕਮਾਇਆ ਪਤਾ ਲੱਗੇਗਾ। ਮੈਨੂੰ ਕੁਝ ਫੋਨ ਵੀ ਆਏ ਨੇ, ਜ਼ਿੰਦਗੀ ਦਾ ਅਰਥ ਕੀ ਹੈ, ਧਰਮ ਨੂੰ ਕਮਾਓ ਆਪੇ ਸਮਝ ਆਏਗੀ, ਮੇਰੇ ਦੱਸਣ ਨਾਲ ਸਮਝ ਨਹੀਂ ਆਉਣੀ। ਜ਼ਿੰਦਗੀ ਵਿੱਚ ਧਰਮ ਕਮਾਇਆ ਜਾਏਗਾ, ਅਰਥ ਆਪੇ ਆ ਜਾਏਗਾ, ਦੂਜਾ ਪਦਾਰਥ। ਤਾਂ ਜਦੋਂ ਧਰਮ ਕਮਾਇਆ ਫਿਰ ਅਰਥ ਮਿਲ ਗਿਆ, ਤੇ ਜਦੋਂ ਅਰਥ ਮਿਲ ਗਿਆ ਫਿਰ ਕਾਮਨਾ ਪੂਰੀ ਹੋ ਗਈ, ਇੱਛਾ ਪੂਰੀ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਜਦੋਂ ਇੱਛਾ ਪੂਰੀ ਹੋ ਗਈ ਤੇ ਮੋਕਸ਼ ਦੇ ਅਰਥ ਨੇ ਆਜ਼ਾਦੀ, ਮੁਕਤੀ ਮਿਲ ਗਈ, ਜੀਵਨ ਪੂਰਾ ਹੋ ਗਿਆ। ਮੁਕਤੀ ਬੰਦੇ ਦੇ ਜੀਵਨ ਦੀ ਅਖੀਰਲੀ ਘਟਨਾ ਹੈ, ਉਹਨੂੰ ਚਾਹੀਦੀ ਹੈ। ਬੰਦੇ ਦੀ ਜ਼ਿੰਦਗੀ ਦੀ ਮੰਜ਼ਿਲ ਪੂਰਤੀ ਜਿਹੜੀ ਹੈ ਨਾ, ਜਿਵੇਂ ਆਪਾਂ ਅੰਮ੍ਰਿਤਸਰ ਜਾ ਰਹੇ ਸੀ ਤਾਂ ਸਾਨੂੰ ਸਕੂਨ ਕਿੱਥੇ ਜਾ ਕੇ ਮਿਲਣਾ ਹੈ, ਅੰਮ੍ਰਿਤਸਰ ਸਾਹਿਬ। ਜੇ ਜਲੰਧਰ ਬਹਿ ਗਏ ਤਾਂ ਵੀ ਸ਼ਾਂਤੀ ਨਹੀਂ, ਜੇ ਥੋੜ੍ਹਾ ਜਿਹਾ ਵੀ ਉਰੇ ਰੁਕ ਗਏ ਤਾਂ ਵੀ ਸ਼ਾਂਤੀ ਨਹੀਂ, ਉੱਥੇ ਜਾ ਕੇ ਟਿਕਾ ਹੋਣਾ ਹੈ। ਤੇ ਸਾਡੇ ਜੀਵਨ ਦਾ ਐਂਡ ਜਿਹੜਾ ਹੈ, ਤ੍ਰਿਪਤੀ ਦਾ ਮੁੱਖ ਕੇਂਦਰ ਮੁਕਤੀ ਹੈ। ਮੁਕਤੀ ਦਾ ਅਰਥ ਹੈ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਸਰੀਰ ਦੇ ਸਾਰੇ ਪ੍ਰਭਾਵਾਂ ਤੋਂ ਖਲਾਸ ਰਹਿਣਾ, ਖੁੱਲ੍ਹੇ ਰਹਿਣਾ, ਪ੍ਰਭਾਵ ਥੱਲੇ ਨਾ ਆਉਣਾ। ਪਦਾਰਥ ਦੇ ਵਿੱਚ ਰਹਿੰਦੇ ਹੋਏ ਪਦਾਰਥ ਦੇ ਪ੍ਰਭਾਵ ਤੋਂ ਰਹਿਣਾ, ਇਹ ਮੁਕਤੀ ਦਾ ਹਿੱਸਾ ਹੈ। ਸੋ ਪਦਾਰਥ ਜਿਹੜਾ ਹੈ ਭੁਗਤ ਪਦਾਰਥ ਵਰਗਾ ਹੈ, ਤੇ ਜੁਗਤ ਲੈਣੀ ਹੈ ਗੁਰੂ ਕੋਲੋਂ। ਪਦਾਰਥ ਨੂੰ ਵਰਤਣਾ ਕਿਵੇਂ, ਜਿਨ੍ਹਾਂ ਨੇ ਜੁਗਤ ਦੀ ਵਰਤੋਂ ਕੀਤੀ ਉਹਨਾਂ ਨੂੰ ਮੁਕਤੀ ਮਿਲ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮੁਕਤੀ ਦੇ ਅਰਥ ਕੀ ਨੇ ਔਰ ਜੁਗਤੀ ਦੁਆਰਾ ਮੁਕਤੀ ਕਿਵੇਂ ਮਿਲਦੀ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ। ਅੱਜ 1-2 ਮਿੰਟ ਵਾਸਤੇ ਹੋਰ ਆਪ ਜੀ ਗੁਰੂ ਸ਼ਬਦ ਨਾਲ ਜੁੜੋ। ਸਾਰਿਆਂ ਨੇ ਕਿਰਪਾ ਕਰਨੀ, ਉੱਚੀ ਆਵਾਜ਼ ਵਿੱਚ ਬੋਲਣ ਦਾ ਯਤਨ ਕਰਨਾ।